तो प्रसाद सवैये प्रतिपाल करे नित संत उबार गनी मन गारै। सो ये सवैये महाराज सच्चे पातशाह ने जो उच्चारण किए ने, जिवें जपजी साहब दे नाल शब्द हजारे पढ़ी दे ने, पातशाही पंजवीं, फिर जाप साहब दे नाल पातशाही दसवीं दे शब्द हजारे, सवैयां दे नाल ये सवैये पढ़ी दे ने, चौपी साहब नाल चौपी साहब दा पाठ हुंदा, फिर आनंद साहब, फिर नाल ही 12 माहां दा पाठ। इस तरह करके पुरातन नितनेम ਸਿੰਘਾਂ ਦਾ चलिया आउंदा। ਇਹ एक उद्यम ही हुंदा है। ਜਦੋਂ ਆਪਾਂ ਨੇ ਹੁਣ ਨਵੇਂ ਜਿਹੜੀਆਂ ਪੋਥੀਆਂ ਛਪੀਆਂ ਉਹਨਾਂ ਵਿੱਚ ਤਰਤੀਬ 'ਚ 5 ਬਾਣੀਆਂ ਜ਼ਰੂਰ ਕੀਤੀਆਂ। ਐਸਾ ਮਨ ਬੇਈਮਾਨ ਹੁੰਦਾ ਵੀ ਚੱਲ 5 ਬਾਣੀਆਂ ਤਾਂ ਹੁਣ ਪੜ੍ਹ ਹੀ ਲਈਆਂ, ਚਲੋ ਬੰਦ ਕਰੋ ਪੋਥੀ, ਚਲੋ ਰੱਖ ਦਿਓ। ਜਿਹੜੇ ਪੁਰਾਤਨ ਸੁੰਦਰ ਗੁਟਕੇ ਸੀ ਉਹ ਇਸੇ ਕਰਕੇ ਪਹਿਲਾਂ ਉਹਨਾਂ 'ਚ ਕਾਫੀ ਬਾਣੀਆਂ ਪਹਿਲਾਂ ਨਾਲ ਵੀ ਨਾਲ ਤੇ ਪੜ੍ਹ ਹੁੰਦੀਆਂ, ਜਾਂ 5 ਬਾਣੀਆਂ ਪੜ੍ਹੀਏ ਬਸ ਮੁੜ ਕੇ ਫਿਰ ਕੋਈ ਪੜ੍ਹਦਾ ਹੀ ਨਹੀਂ ਹੈ। ਤੇ ਇਹਨਾਂ ਦੀ ਲੋੜ ਸੀ ਆਪਾਂ ਨੂੰ, ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਕ ਹੈ ਪ੍ਰਣਵ ਆਦਿ ਏਕੰਕਾਰਾ ਚੌਪੀ ਸਾਹਿਬ ਦਾ ਪਾਠ, ਬਾਕੀ ਜਿਵੇਂ ਮਹਾਰਾਜ ਕਰਾਉਣਗੇ ਕਰਾਂਗੇ। ਫਿਰ ਆਨੰਦ ਸਾਹਿਬ ਦੀ ਵਾਰੀ ਹੈ ਬਾਅਦ ਦੇ ਵਿੱਚ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਤੇਰੀ ਕਿਰਪਾ ਨਾਲ ਸਵਈਏ ਉਚਾਰਨ ਕਰਨ ਲੱਗਿਆ ਹਾਂ। ਇਹ ਵੀ ਅਕਾਲ ਉਸਤਤ ਵਿੱਚ ਹੀ ਹਨ। ਪਾਤਸ਼ਾਹੀ ਦਸਵੇਂ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ। ਦੀਨਨ ਜਿਹੜੇ ਗਰੀਬ ਨੇ ਉਹਨਾਂ ਦੀ ਪ੍ਰਤਪਾਲਨਾ ਹਰ ਰੋਜ਼ ਅਕਾਲ ਪੁਰਖ ਵਾਹਿਗੁਰੂ ਨਿਤ ਕਰਦੇ ਨੇ, ਆਪ ਕਰਦੇ ਨੇ। ਸੰਤ ਉਬਾਰ ਗਨੀ ਮਨ ਗਾਰੈ। ਸੰਤਾਂ ਨੂੰ ਉਬਾਰਦਾ ਹੈ, ਬਚਾਉਂਦਾ ਹੈ ਦੁੱਖਾਂ ਤੋਂ। ਅਤੇ ਗਨੀਮਨ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਗਾਰੈ, ਗਰਕ ਕਰ ਦਿੰਦਾ, ਗਾਲ ਦਿੰਦਾ ਹੈ। ਹਰੇਕ ਦੀ ਪਾਲਣਾ ਕਰਦਾ ਹੈ। ਪਛ ਪਸ਼ੂ ਨਾਗ ਨਰਾਧਿਪ। ਪਛ ਪੰਛੀ ਜਿਹੜੇ ਨੇ, ਪਸ਼ੂ ਜਿਹੜੇ ਨੇ, ਨਗ ਜਿਹੜੇ ਦਰਖਤ ਨੇ ਜਾਂ ਪਹਾੜ ਨੇ, ਨਾਗ ਜਿਹੜੇ ਸੱਪ ਨੇ, ਨਰਾਧਿਪ ਜਿਹੜੇ ਰਾਜੇ ਨੇ। ਭਾਵ ਇਹਦੇ 'ਚ ਸਾਰੀਆਂ ਚੀਜ਼ਾਂ ਆ ਗਈਆਂ। ਪਸ਼ੂ ਪੰਛੀ 84 ਲੱਖ ਜੂਨ ਸਾਰੀ ਦੀ ਪਾਲਣਾ ਸਰਬ ਸਮੇਂ ਸਭ ਕੋ ਪ੍ਰਤਪਾਰ ਹੈ। ਸਾਰਿਆਂ ਸਮਿਆਂ ਦੇ ਵਿੱਚ ਸਾਰਿਆਂ ਦੀ ਹੀ ਪਾਲਣਾ ਕਰਦਾ ਹੈ। ਹਰੇਕ ਦੀ ਪਾਲਣਾ ਵਾਹਿਗੁਰੂ ਆਪ ਹੀ ਕਰਦਾ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਮਹਾਰਾਜ ਕਹਿੰਦੇ ਪੋਖਤ ਹੈ, ਪਾਲਣਾ ਕਰਦਾ ਹੈ। ਕਿੱਥੇ ਕਿੱਥੇ ਕਰਦਾ? ਜਲ ਮੈਂ। 42 ਲੱਖ ਜੂਨ ਪਾਣੀ 'ਚ ਕਰਮ ਕਰਦੀ ਆਪਣਾ। 42 ਲੱਖ ਜੂਨ ਪਾਣੀ 'ਚ ਹੈ, ਉਹਨੂੰ ਉੱਥੇ ਪਾਲਦਾ ਹੈ, ਉੱਥੇ ਇੰਤਜ਼ਾਮ ਕਰਕੇ ਦਿੰਦਾ ਹੈ। ਤੇ 42 ਲੱਖ ਆਪਣੀ ਬਾਹਰ ਹੈ, ਥਲ ਮੈਂ। ਇਸ ਤਰ੍ਹਾਂ 42 ਲੱਖ ਜੂਨੀਆਂ ਨੂੰ ਥਲ ਦੇ ਵਿੱਚ, ਮਿੱਟੀ ਦੇ ਵਿੱਚ ਹੋਣ, ਚਾਹੇ ਉਹ ਧਰਤੀ ਦੇ ਉੱਤੇ ਹੋਣ ਜਾਂ ਪਤਾਲ ਦੇ ਵਿੱਚ ਵੀ ਵੜੇ ਹੋਣ, ਮਿੱਟੀਆਂ ਵਿੱਚ ਰੋਲਣ ਵਾਲੇ ਕੀੜੇ ਹੋਣ ਭਾਵੇਂ। ਪਲ ਮੈਂ, ਪਲ ਦੇ ਵਿੱਚ ਹੀ ਉਹਨਾਂ ਦੇ ਪੇਟ ਭਰਦਾ ਹੈ। ਕੱਲ ਕੇ ਨਹੀਂ ਕਰਮ ਵਿਚਾਰੈ। ਕੱਲ ਦੇ ਕੀਤੇ ਹੋਏ ਕੰਮਾਂ ਨੂੰ ਵਿਚਾਰਦਾ ਨਹੀਂ ਹੈ। ਪਹਿਲਾਂ ਦੇ ਕੀਤੇ ਹੋਏ ਉਹਦੇ ਕੰਮ ਇਹ ਨਹੀਂ ਦੇਖਦਾ ਕਿ ਇਹਨੇ ਤਾਂ ਬੜਾ ਮਾੜਾ ਕੰਮ ਕੀਤਾ ਕੱਲ ਜਾਂ ਅੱਜ, ਇਹ ਨਹੀਂ ਦੇਖਦਾ। ਕਿਉਂਕਿ ਵਾਹਿਗੁਰੂ ਨੇ ਸਾਡੀ ਪਾਲਣਾ ਕਰਨੀ ਹੈ, ਸਾਡੀ ਰੋਟੀ ਚਲਦੀ ਰੱਖਣੀ ਉਹਨੇ। ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਦੀਨ ਗਰੀਬਾਂ ਦੇ ਉੱਤੇ ਜੋ ਦਇਆ ਕਰਨ ਵਾਲਾ ਦਇਆ ਦਾ ਨਿਧ ਖਜ਼ਾਨਾ ਹੈ। ਦੋਖਨ ਦੇਖਤ ਹੈ, ਸਾਡੇ ਦੋਸ਼ਾਂ ਨੂੰ ਪਾਪਾਂ ਨੂੰ ਦੇਖਦਾ ਜ਼ਰੂਰ ਹੈ। ਉਹ ਦੇਖੀ ਜਾਂਦਾ ਸਾਨੂੰ ਵੀ ਮਾੜੇ ਤੋਂ ਮਾੜਾ ਕੰਮ ਕਰਦਾ। ਸਭ ਦੁਨੀਆ ਮਾੜੇ ਕੰਮ ਕਰਦੀ ਹੈ। ਚੰਗੇ ਵਾਲੇ ਘੱਟ ਹੀ ਬੰਦੇ ਨਜ਼ਰ ਆਉਂਦੇ ਨੇ, ਪਰ ਦੇਤ ਨਾ ਹਾਰੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ, ਦੇਣੋਂ ਨਹੀਂ ਹਟਦਾ। ਇਹ ਨਹੀਂ ਕਹਿੰਦਾ ਕਿ ਫਲਾਣੇ ਤੋਂ ਬੰਦੇ ਬੜੇ ਮਾੜੇ ਨੇ, ਉਹਨਾਂ ਨੂੰ ਮੈਂ ਨਹੀਂ ਦੇਣਾ। ਹਰੇਕ ਬੰਦੇ ਨੂੰ ਰੋਜੀ ਰੋਟੀ ਦਿੰਦਾ ਹੈ, ਕਿਉਂਕਿ ਉਹਦੇ ਪਿਛਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰੇਕ ਬੰਦੇ ਤੇ। ਦਾਹਤ ਹੈ
दुख दोखन को दाहत नाम हुंदा साड़न दा, साड़ दिंदा है साडे दुख ਅਤੇ दोखन ਜਿਹੜੇ पाप ने, पापां ते दुखां नूं वाहिगुरू साड़ दिंदा है। दल दुजन के पल मैं दल डार है, ਜਿਹੜੇ ਦੁਜਨ ਦੁਰਜਨ ਬੰਦੇ ਨੇ, ਗੰਦੇ ਪੁਰਸ਼ ਨੇ, ਜਿਹੜੇ ਨੇ ਪਾਪੀ ਲੋਕ ਨੇ, ਉਹਨਾਂ ਦੇ ਜਿਹੜੇ ਦਲ ਨੇ, ਸੋ ਜੇ ਪਾਪੀਆਂ ਬੰਦਿਆਂ ਦੇ ਟੋਲਿਆਂ ਦੇ ਟੋਲੇ, ਡਾਕੂਆਂ ਦੇ, ਚੋਰਾਂ ਦੇ, ਠੱਗਾਂ ਦੇ, ਪਾਪੀਆਂ ਦੇ, ਗਲਤ ਕਿਸਮ ਦੇ ਟੋਲੇ ਨੇ ਜਿਹੜੇ, ਪਲ ਮੈਂ ਦਲ ਡਾਰ, ਉਹਨਾਂ ਟੋਲਿਆਂ ਨੂੰ ਇੱਕ ਪਲ ਦੇ ਵਿੱਚ ਹੀ ਦਲੀ ਮਲੀ ਕਰ ਦਿੰਦਾ, ਦਲ ਕੇ ਸੁੱਟ ਦਿੰਦਾ ਉਹਨਾਂ ਨੂੰ, ਪਾਪੀਆਂ ਮਲੇਛਾਂ ਨੂੰ। खंड अखंड प्रचंड पहारन पूर्ण प्रेम की प्रीत संभार है। खंड अखंड, सो जेड़े बंदियां दे प्रताप जेड़े ने प्रचंड तेज प्रताप वाले बंदे ने, जेड़े खंडन तो रहत ने, जिन्हां नूं कोई कट नहीं सकदा, जिन्हां नूं कोई मार नहीं सकदा, जिन्हां बंदियां दा प्रचंड प्रताप है। हरनाक्ष, रावण, दुर्योधन, और बड़े बड़े दुनिया ते होए ने, जिन्हां दे मूहरे कोई अख चक के नहीं देख सकिया, बोल नहीं सकिया। प्रहारन, पहारन लिखिया पर अखर तां प्रहारन है, अर्थ प्रहारन है। उन्हां दे उत्ते भी प्रहार करदा, हमला कर दिंदा, उन्हां नूं भी नाश कर दिंदा। हरनाक्ष दुष्ट हर मारिया, प्रहलाद तराया, रावण ते भी हमला करके मार दिता उन्होंने। जिन्ने भी पापी ने उन्हां पापियां दे दलां नूं झटपट ही मार के समाप्त कर दिंदा। पूर्ण प्रेम की प्रीत संभार है। जिहड़ा कोई प्रेमी वाहिगुरू नाल पूर्ण प्रीति करदा है, ਉਹਦੀ ਪ੍ਰੀਤ ਨੂੰ ਸੰਭਾਲਦਾ ਹੈ, याद करदा भी ਇਹਨੇ ਮੈਨੂੰ प्रीत कीती है। पूर्ण प्रेम, प्रेम जड़ैन प्रेम 100% पूरा हो जावे, भी ये तो सिर्फ मेरा है, मैनू ही ध्याउंदा है। सो इस करके वो महाराज ने आप लिखिया भी है, प्रेम कई बार दिखाया भी है। एक दुध वेचण वाली गुजरी पहाड़ां विच रहिंदी, वो आनंदपुर साहब मत्था टेकण आउंदी रही। महाराज ते बहुत यकीन सी, बाणी पढ़नी, भरोसा करना। दुध लिया के लंगर च पाउंदी। एक दिन गागर भरी हुई लंगर वाल नूं आई, फले रस्ते विच जंगल विच ही है। महाराज का ध्यान धरद्यां धरद्यां उहदा ऐसा मन जुड़िया कि पैर रुक गए, उत्थे ही गागर थले रख के महाराज नूं समाधि च पकड़ लिया, चरण पकड़ ले महाराज दे। प्रेम दे नाल ऐसा महाराज नूं खिच पाई, जिवें भाई गोंदे ने महाराज सतवें पातशाह चरण पकड़ ले सी। इहदा मन इन्ना एकागर हो गया, गुरु साहब की इन्नी बख्शिश सी, बाणी पढ़द्यां पढ़द्यां मन इन्ना टिक गया, दुध लैके उत्थे ही बैठ गई। हुण मन दे अंदर 10वें पातशाह दे स्वरूप नूं बसा के उस स्वरूप दे चरण पकड़ के सिमन करदी। हुण पूर्ण प्रेम की प्रीत संभारा है। महाराज ने उसे वक्त घोड़े ते काठी पवाई, चलो बई। 5 सिंह नाल लए, किन्नी दूर घोड़े तो उतर के सतगुरु समाधि च लीन बैठी। सतगुरु ने अपना जोड़ा उतार दिता भी खड़का न हो जाए, नंगे चरनी महाराज अगे वधे हौली हौली। जाके माड़ी जी आवाज दी तो वह बोली नहीं, क्योंकि समाधि च लीन है। हुण सतगुरु सर्ब कला समर्थ ने, सतगुरु ने सूक्ष्म रूप धार के उहदे ध्यान दे अंदर दी हो के वो अंदरले स्वरूप दे जिथे दर्शन कर रही है उस स्वरूप विच बोले ने, बेटा असीं आए हैं, सानू दुध छका। जद इन्नी गल कही महाराज ने अंदरले स्वरूप विचों बोल के तां एकदम जद उहदी अखां खुलियां तां की देखदी आ कि महाराज सामने खड़े ने। फिर सतगुरु महाराज नूं दुध पियाया। सतगुरु महाराज ने बड़ी बख्शिशां कीतियां उहदे ते। इस करके सतगुरु कहने, भाई मैं प्रेम दा भुखा, मैनू जे कोई प्रेम नाल याद करे, प्रेम नाल बाणी पढ़े, तरका ना करे,
ਤਰਕਾਂ ਕਰਨ ਕਰਕੇ ਹੀ ਡੁੱਬਣਾ ਸਾਰਿਆਂ ਨੇ। ਜਿੰਨੀ ਤਰਕ ਉੱਠਦੀ ਆਪਣੇ ਮਨ ਵਿੱਚ ਸਮਝ ਲਓ ਮੇਰੇ ਮਾੜੇ ਭਾਗ ਨੇ। ਤਰਕ ਨਾ ਉੱਠੇ ਮਨ ਦੇ ਅੰਦਰ, ਤਰਕ ਨਾ ਚਾ ਭਰਮੀਆਂ ਚਾ ਕੇਸਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ ਪਿੰਦੀ ਉਬਕਲੇ ਸੰਸਾਰਾ ਪਰੰਪਰਾ ਆਏ ਤੁਮਚੇ ਦੁਆਰਾ ਤੂੰ ਕੁੰਨਰੇ। ਕਹੇ ਤੂੰ ਕੌਣ ਹੈ? ਕਹਿੰਦੇ ਮੈਂ ਨਾਮਾ ਹੋ ਜੀ। ਕਹਿੰਦੇ ਮੈਂ ਨਾਮਦੇਵ ਹੈ। ਰਾਮਾਨੰਦ ਜੀ ਕਹਿਣ ਲੱਗੇ ਬਸ ਇੱਥੇ ਹੀ ਖੜਾ ਹਾਲੇ ਤੱਕ ਆਪਣੇ ਆਪ ਨੂੰ ਨਾਮਦੇਵ ਹੀ ਸਮਝੀ ਜਾਂਦਾ। ਕਹਿੰਦੇ ਆਲਾ ਤੇ ਨਿਵਾਰਣਾ ਜਮ ਕਾਰਣਾ। ਕਹਿੰਦੇ ਇਸ ਭਰਮ ਦੀ ਨਿਵਰਤੀ ਵਾਸਤੇ ਤਾਂ ਤੁਹਾਡੇ ਕੋਲ ਆਏ ਆ। ਨਾਮਦੇਵ ਜੀ ਨੂੰ ਰਾਮਾਨੰਦ ਜੀ ਕਹਿਣ ਲੱਗੇ ਤੂੰ ਨਾਮਦੇਵ ਨਹੀਂ ਹੈ, ਤੂੰ ਆਤਮਾ ਹੈ। ਨਾਮਦੇਵ ਤਾਂ ਤੇਰੇ ਸਰੀਰ ਦਾ ਨਾਮ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪ੍ਰੀਤ ਸੰਭਾਲਣੇ ਨੇ। ਪਾਰ ਨਾ ਪਾਏ ਸਕੈ ਪਦਮਾ ਪਤ। ਪਦਮਾ ਪਤ ਜੋ ਲక్ష్ਮੀ ਹੈ, ਇਹਦਾ ਜੋ ਪਤੀ ਹੈ, ਉਹ ਵੀ ਪਾਰ ਨਹੀਂ ਪਾ ਸਕਦਾ। ਵਿਸ਼ਨੂੰ ਵੀ ਉਹਦਾ ਵੇਦ ਕਤੇਬ ਅਭੇਦ ਉਚਾਰ ਹੈ। ਚਾਰੇ ਵੇਦ ਕਤੇਬਾਂ ਜਿਹੜੀਆਂ ਚਾਰ ਮੁਸਲਮਾਨਾਂ ਦੀਆਂ ਪਵਿੱਤਰ ਪੁਸਤਕਾਂ ਨੇ, ਉਹ ਵੀ ਅਭੇਦ ਉਚਾਰਦੇ ਨੇ। ਕਹਿੰਦੇ ਅਭੇਦ ਹੈ, ਉਹਦਾ ਭੇਦ ਨਹੀਂ ਅਸੀਂ ਪਾ ਸਕਦੇ ਹਾਂ। ਉਹ ਕਿੰਨਾ ਕੁ ਵੱਡਾ ਹੈ, ਅਸੀਂ ਉਹਦਾ ਭੇਦ ਨਹੀਂ ਪ੍ਰਾਪਤ ਕਰ ਸਕਦੇ। ਰੋਜੀ ਹੀ ਰਾਜ ਬਿਲੋਕਤ ਰਾਜ ਕਰੋਖ ਰੂਹਾਨ ਕੀ ਰੋਜੀ ਨ ਟਾਰੈ। ਅਕਾਲ ਪੁਰਖ ਰੋਜੀ ਹੀ ਰਾਜ ਬਿਲੋਕਤ, ਰੋਜ਼ ਹੀ ਸਾਡੇ ਰਾਜ ਨੇ ਜਿਹੜੇ ਰਾਜ ਗੁਪਤ ਗੱਲਾਂ ਸਾਡੀਆਂ ਬਿਲੋਕਤ ਦੇਖਦਾ ਹੈ। ਰੋਜ਼ ਹੀ ਸਾਡੀਆਂ ਅੰਦਰਲੀਆਂ ਗੱਲਾਂ ਦੇਖਦਾ ਰਹਿੰਦਾ। ਉਹ ਇਹ ਕਿੰਨੇ ਕੁ ਪਾਣੀ 'ਚ ਕੀ ਕਰਦਾ ਹੈ, ਸਾਰਾ ਕੁਝ ਪਤਾ ਹੈ। ਗਲਤ ਗੱਲਾਂ ਦਾ ਵੀ ਪਤਾ ਹੈ, ਚੰਗੀਆਂ ਦਾ ਵੀ ਪਤਾ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਰਾਜਕ ਹੈ, ਅਕਾਲ ਪੁਰਖ ਰੋਜੀ ਦੇਣ ਵਾਲਾ ਹੈ। ਰੋਖ ਰੋਹ ਹੁੰਦਾ ਗੁੱਸੇ 'ਚ ਆ ਕੇ। ਨਮੋ ਰੋਖ ਰੋਖੇ ਜਾਪ ਸਾਹਿਬ 'ਚ ਅੱਖਰ ਆਇਆ ਸੀ। ਸਤਿਗੁਰੂ ਮਹਾਰਾਜ ਕਹਿੰਦੇ ਰੋਖ ਵਿੱਚ ਆ ਕੇ ਰੂਹਾਨ ਜਿਹੜੀਆਂ ਰੂਹਾਂ ਨੇ, ਜੀਵ ਨੇ, ਕੀ ਰੋਜੀ ਨਾ ਟਾਰਾ। ਗੁੱਸੇ 'ਚ ਆ ਕੇ ਕਦੇ ਨਹੀਂ ਕਹਿੰਦਾ ਮੈਂ ਨਹੀਂ ਤੈਨੂੰ ਰੋਟੀ ਦੇਣੀ, ਤੂੰ ਤਾਂ ਨਾਮ ਹੀ ਨਹੀਂ ਜਪਿਆ 24 ਘੰਟੇ 'ਚ, ਤੂੰ ਤਾਂ ਬੜਾ ਪਾਪੀ ਆਦਮੀ, ਤੂੰ ਤਾਂ ਬੜਾ ਦੋਖੀ ਆਦਮੀ। ਮਹਾਰਾਜ ਕਹਿੰਦੇ ਸਾਡੇ ਦੇਖੋ ਗੁਨਾਹਾਂ ਨੂੰ, ਗੁਪਤ ਗੱਲਾਂ ਨੂੰ ਰੋਜ਼ ਦੇਖਦਾ ਹੋਇਆ ਵੀ ਸਾਨੂੰ ਰੋਟੀ ਭੇਜ ਦਿੰਦਾ ਹੈ। ਰੋਟੀ ਤਾਂ ਬਈ ਦੇਣੀ ਪੈਂਦੀ, ਕੈਦੀ ਨੂੰ ਵੀ ਦੇਣੀ ਪੈਂਦੀ ਰੋਟੀ, ਤਾਂ ਕੈਦੀ ਵੀ ਖਾਂਦੇ ਆ। ਇਹ ਤਾਂ ਨਹੀਂ ਵੀ ਕੈਦੀ ਨੇ ਭਾਵੇਂ ਕਤਲ ਕੀਤਾ ਤਾਂ ਰੋਟੀ ਤਾਂ ਉਹਨੂੰ ਮਿਲਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹ ਇੱਕ ਵੱਖਰੀ ਗੱਲ ਹੈ ਤੁਹਾਡੇ ਕਰਮਾਂ ਦੀ, ਪਰ ਰੋਟੀ ਨਹੀਂ ਟਾਲਦਾ ਕਿਸੇ ਦੀ ਵੀ। ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਨਾਏ। ਕੀਟ ਕੀੜੇ ਪਤੰਗੇ, ਕੁਰੰਗ ਹਰਨ, ਭੁਜੰਗ ਸੱਪ ਭੂਤ ਕਾਲ ਵਿੱਚ ਬੜੇ ਬਣਾਏ ਉਹਨੇ। ਭਗਵਾਨ ਵਰਤਮਾਨ ਸਮੇਂ ਵਿੱਚ ਬੜੇ ਬਣਾ ਰਿਹਾ, ਭਵਿੱਖ ਕਾਲ ਵਿੱਚ ਬੜੇ ਬਣਾਉਣੇ ਆ। ਤਿੰਨਾਂ ਕਾਲਾਂ ਵਿੱਚ ਕੀੜੇ ਪਤੰਗੇ ਹਰਨ ਭੁਜੰਗਮ ਸੱਪ ਸਾਰੀਆਂ ਚੀਜ਼ਾਂ ਬਣਾਏਗਾ। ਪਿੱਛੇ ਵੀ ਬਣਾਉਂਦੇ ਰਹੇ ਨੇ, ਉਹੀ ਬਣਾਉਂਦੇ ਨੇ ਸਾਰਿਆਂ ਨੂੰ। ਦੇਵ ਅਦੇਵ ਖਪੇ ਅਹੰਮੇਵ। ਦੇਵ ਦੇਵਤੇ ਤੇ ਅਦੇਵ ਜਿਹੜੇ ਦੈਂਤ ਨੇ ਉਹ ਖਪ ਗਏ ਕਾਹਦੇ ਚ? ਅਹੰਮੇਵ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਹੰਮੇਵ ਜਿਹੜੀ ਹੈ ਨਾ ਹੰਕਾਰ, ਇਹਦੇ ਵਿੱਚ ਦੇਵਤੇ ਵੀ ਖਪੇ ਨੇ ਤੇ ਦੈਂਤ ਵੀ ਖਪੇ ਨੇ। ਮਹਾਰਾਜ ਤਾਈਓ ਸੱਚੇ ਪਾਤਸ਼ਾਹ ਕਹਿੰਦੇ ਨੇ, ਚੰਡੀ ਦੀ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਪਾਇਆ। ਜੀਤ ਲਏ ਤਿੰਨ ਦੇਵਤੇ ਤਿੰਨ ਲੋਕੀ ਰਾਜ ਕਮਾਇਆ। ਵੱਡਾ ਵੀਰ ਅਖਾਇ ਕੈ ਸਿਰ ਉੱਪਰ ਛਤਰ ਫਿਰਾਇਆ। ਉਹ ਜਿਹੜਾ ਹੈ ਨਾ ਦੇਵਤਿਆਂ ਨੂੰ ਵੀ ਹੰਕਾਰ ਹੋ ਜਾਂਦਾ। ਫਿਰ ਜਦੋਂ ਦੇਵਤਿਆਂ ਨੂੰ ਹੰਕਾਰ ਹੁੰਦਾ ਤਾਂ ਉਹ ਦੈਂਤਾਂ ਨੂੰ ਪੈਦਾ ਕਰ ਦਿੰਦਾ। ਕਹਿੰਦਾ ਲਾਇਓ ਜਰਾ ਸੋਧਾ ਇਹਨਾਂ ਨੂੰ। ਇਹ ਫਿਰ ਦੈਂਤ ਜਾ ਕੇ ਉਹਨਾਂ ਦੇ ਸਾਰੇ ਸਵਰਗ ਖੋਹ ਕੇ ਇੰਦਰ ਹੋਣਾ ਨੂੰ ਮਾਰ ਕੁੱਟ ਕੇ ਭਜਾ ਦਿੰਦੇ ਨੇ ਉੱਥੋਂ। ਦੇਵਤਿਆਂ ਨੂੰ ਵੀ ਭਜਾ ਦਿੰਦੇ ਨੇ। ਦੈਂਤ ਆਪਣਾ ਰਾਜ ਕਰਦੇ ਨੇ। ਜਦੋਂ ਦੇਵਤਿਆਂ ਦੀ ਹੰਕਾਰ ਦੀ ਖੁਮਾਰੀ ਉਤਰਦੀ ਥੱਲੇ ਨੂੰ, ਵੈਸੇ ਤਾਂ ਐਵੇਂ ਹੀ ਸਮਝਦੇ ਸੀ ਆਪਣੇ ਆਪ ਨੂੰ, ਫੇਰ ਇਹ ਜਾ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ, ਮਹਾਰਾਜ ਸਾਤੋਂ ਗਲਤੀ ਹੋ ਗਈ, ਸਾਨੂੰ ਹੰਕਾਰ ਹੋ ਗਿਆ ਸੀ, ਸਾਨੂੰ ਬਖਸ਼ ਲਓ।
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਲੈਂਦੇ ਨੇ, ਫਿਰ ਇਹਨਾਂ ਦੀ ਮਦਦ ਵੀ ਕਰਦੇ ਨੇ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਫਿਰ ਦੈਂਤਾਂ ਦਾ ਨਾਸ ਵੀ ਆਪ ਹੀ ਕਰਵਾ ਦਿੰਦੇ ਨੇ। ਫਿਰ ਸਤਿਗੁਰੂ ਬਾਣੀ ਵਿੱਚ ਵੀ ਫਰਮਾਉਂਦੇ ਨੇ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਹੋ ਆਪੇ ਭਇਆ ਸਹਾਈ। ਆਪ ਹੀ ਦੈਂਤ ਚਮੇੜਨ ਵਾਲਾ ਹੈ, ਆਪ ਹੀ ਲਾਉਣ ਵਾਲਾ ਹੈ, ਦੋਨੋਂ ਕੰਮ ਆਪ ਹੀ ਕਰਦਾ ਹੈ। ਕਿਉਂਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਠਾਓ, ਸਤਿਗੁਰ ਤੁਠੈ ਪਾਈਐ ਨਾਨਕ ਸੱਚਾ ਨਾਉ। ਹੁਣ ਅਕਾਲ ਪੁਰਖ ਵਾਹਿਗੁਰੂ ਹੀ ਲਾਉਂਦੇ ਨੇ। ਕਿਸੇ ਮਹਾਤਮਾ ਕੋਲ ਬੇਨਤੀ ਕੀਤੀ ਕਿਸੇ ਗੁਰਮੁਖ ਨੇ ਵੀ ਮੇਰਾ ਇਹ ਦੁੱਖ ਲਾ ਦਿਓ, ਮਹਾਤਮਾ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਦੁੱਖ ਲਾ ਦਿਓ। ਮਹਾਰਾਜ ਕਹਿੰਦੇ ਅਸੀਂ ਜਾਣ ਕੇ ਲਾਇਆ ਇਹਨੂੰ। ਕਿਉਂ? ਸਤਿਗੁਰੂ ਨੇ ਕਿਹਾ ਦੱਸਿਆ, ਕਹਿੰਦੇ ਇਹਨੇ ਫਲਾਨਾ ਪਾਪ ਕੀਤਾ, ਉਹ ਪਾਪ ਦੀ ਸਜ਼ਾ ਵਜੋਂ ਅਸੀਂ ਇਹਨੂੰ ਦੁੱਖ ਲਾਇਆ, ਕਹਿੰਦੇ ਇਹਨੂੰ ਭੁਗਤ ਲੈਣ ਦੇ। ਜੇ ਹੁਣ ਨਾ ਭੁਗਤਿਆ ਫਿਰ ਅਗਲਾ ਜਨਮ ਲੈਣਾ ਪਊਗਾ, ਕਿਉਂਕਿ ਦੁੱਖ ਤਾਂ ਭੁਗਤਣਾ ਹੀ ਪੈਂਦਾ। ਜਿਹੜੀਆਂ ਗਲਤੀਆਂ ਆਪਾਂ ਕਰਦੇ, ਰੱਬ ਮੇਰਾ ਕੀ ਵਿਗਾੜ ਲੈਣਾ, ਕੀ ਕਰ ਲੇਗਾ ਮੇਰਾ, ਨਾ ਪੰਗੇ ਲੈ ਰੱਬ ਨਾਲ। ਰੱਬ ਤਾਂ ਐਸਾ ਚੱਕਰ ਪਾਉਂਦਾ ਮੁੜ ਕੇ ਉਹ ਗਲੋਂ ਹੀ ਨਹੀਂ ਦੁੱਖ ਲੈਂਦਾ ਹੈ, ਵਿਰੋਧੀ ਦੁੱਖ ਵੀ ਖੜੇ ਕਰ ਦਿੰਦਾ, ਐਸੀ ਬਿਮਾਰੀ ਖੜੀ ਕਰ ਦਿੰਦਾ। ਡਾਕਟਰ ਦਵਾਈ ਦੇਣ ਤੋਂ ਹੀ ਔਖੇ ਹੋ ਜਾਂਦੇ ਵੀ ਜੇ ਆਹ ਦਵਾਈ ਦਿੱਤੀ ਬਲੱਡ ਪ੍ਰੈਸ਼ਰ ਵੱਧ ਜਾਣਾ, ਜੇ ਬਲੱਡ ਪ੍ਰੈਸ਼ਰ ਘਟਾਉਣ ਵਾਲੀ ਦਵਾਈ ਦਿੰਦੇ ਦੂਜਾ ਦੁੱਖ ਵੱਧ ਜਾਂਦਾ। ਹੁਣ ਵਿਰੋਧੀ ਦੁੱਖ ਪੈਦਾ ਕਰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦੇਵਤੇ ਨੇ, ਦੈਂਤ ਨੇ, ਹੰਕਾਰ ਵਿੱਚ ਹੀ ਮਾਰੇ ਗਏ ਨੇ, ਉਹ ਕਹਿੰਦੇ ਅਸੀਂ ਸਿਆਣੇ ਆ, ਅਸੀਂ ਸਿਆਣੇ ਆ, ਅਸੀਂ ਤਾਕਤਵਰ ਆ, ਅਸੀਂ ਤਾਕਤਵਰ ਆ, ਸਾਈਂ ਕਰੀ ਜਾਂਦੇ ਨੇ। ਭੇਵ ਲਖਿਓ ਭਰਮ ਸਿਓ ਭਰਮਾਏ। ਇਹਨਾਂ ਚੋਂ ਕਿਸੇ ਨੇ ਰੱਬ ਦਾ ਭੇਦ ਪਾਇਆ ਹੀ ਨਹੀਂ। ਇਹ ਤਾਂ ਭਰਮ ਵਿੱਚ ਪੈ ਕੇ ਵੀ ਭਟਕੀ ਜਾਂਦੇ ਨੇ, ਭਟਕੀ ਜਾਂਦੇ ਨੇ, ਕਿਉਂਕਿ ਤਿੰਨਾਂ ਗੁਣਾਂ ਵਿੱਚ ਵਰਤਦੇ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਵਰਤਦੇ ਨੇ। ਚੌਥੇ ਪਦ ਵਿੱਚ ਤਾਂ ਕੋਈ ਨਾ ਚਾਹੁੰਦਾ ਹੀ ਨਹੀਂ ਹੈ। ਵੇਦ ਪੁਰਾਨ ਕਤੇਬ ਕੁਰਾਨ ਹਸੇਬ ਥੱਕੇ ਕਰ ਹਾਥ ਨ ਆਏ। ਵੇਦ ਜਿਹੜੇ ਨੇ ਚਾਰੇ, ਪੁਰਾਣ 18, ਕਤੇਬਾਂ, ਕੁਰਾਨ ਆਦਿਕ ਹਸੇਬ ਥੱਕੇ ਕਰ ਹਾਥ ਨ ਆਏ। ਇਹ ਆਪਣੇ ਹਿਸਾਬ ਲਾ ਲਾ ਕੇ ਥੱਕੇ, ਗਿਣਤੀਆਂ ਕਰ ਕਰ ਥੱਕੇ ਕਿ ਪਰਮਾਤਮਾ ਦਾ ਕੋਈ ਅੰਤ ਪਾ ਲਈਏ, ਕਿ ਪਰਮਾਤਮਾ ਨੂੰ ਆਪਣੇ ਹੱਥ ਵਿੱਚ ਲਿਆਈਏ, ਪਕੜ ਲਈਏ, ਹੱਥ ਥੱਲੇ ਲਿਆਈਏ, ਅਸੀਂ ਗਿਣਤੀ ਕਰ ਲਈਏ, ਪਰ ਉਹ ਹੱਥ 'ਚ ਨਹੀਂ ਆਉਂਦੇ ਕਿਸੇ ਦੇ। ਜਿਉਂ ਉਹ ਕੋਈ ਇਹਨਾਂ ਦਾ ਗਿਣਤੀਆਂ ਮਿਣਤੀਆਂ ਨਾਲ ਪਤਾ ਲਾ ਲਵੇ ਰੱਬ ਦਾ, ਫਿਰ ਤਾਂ ਹਰੇਕ ਜਾਣਾ ਹੀ ਪਕੜ ਲਿਆ ਕਰੇ ਉਹਨਾਂ ਨੂੰ। ਮਹਾਰਾਜ ਜੀ ਉਹ ਫਿਰ ਹੱਥ ਵਿੱਚ ਕਿਵੇਂ ਆਉਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਨਾਲ ਹੀ ਆਉਂਦੇ ਨੇ। ਬਸ ਪ੍ਰੇਮ ਕਰੇ ਜਿਹੜਾ, ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰਨ ਪ੍ਰੇਮ ਦੇ ਪ੍ਰਭਾਵ ਤੋਂ ਬਿਨਾ, ਪ੍ਰੇਮ ਦਾ ਵੀ ਇੱਕ ਪ੍ਰਭਾਵ ਹੈ, ਭਾਵਨਾ ਤੋਂ ਬਿਨਾ। ਪ੍ਰੇਮ ਤਾਂ ਪ੍ਰੇਮੀਆਂ 'ਚ ਬਹੁਤ ਹੈ, ਪਰ ਪ੍ਰੇਮ ਭਾਵਨਾ ਇਸ ਤੋਂ ਵੀ ਉੱਪਰ ਹੁੰਦੀ ਹੈ। ਜੇ ਚੌਥੇ ਪਾਤਸ਼ਾਹ ਨੇ ਕਰਕੇ ਦਿਖਾਈ। ਲਾਹੌਰ ਵਿਖੇ ਜਦੋਂ ਮਹਾਰਾਜ ਨੇ ਜਾ ਕੇ, ਸਤਿਗੁਰੂ ਜੀ ਨੇ ਤੀਜੇ ਪਾਤਸ਼ਾਹ ਵਾਸਤੇ ਬਸਤਰ ਦੇਖਿਆ। ਇੱਕ ਦੁਕਾਨ ਦੇ ਬਾਹਰ ਬੜਾ ਸੋਹਣਾ ਬਸਤਰ ਹੈ, ਮਹਾਰਾਜ ਲਈ ਚੋਲਾ ਬਣਾਈਏ। ਜਦ ਰੇਟ ਪੁੱਛਿਆ, ਪੈਸੇ ਜ਼ਿਆਦਾ ਨੇ, ਜੇਬ 'ਚ ਪੈਸੇ ਘੱਟ ਨੇ। ਕਿੰਨਾ ਲੱਗੂ ਕੱਪੜਾ? ਕਹਿੰਦੇ ਇੰਨੇ ਮੀਟਰ ਲੱਗੂਗਾ। ਫਿਰ ਖਿਆਲਾਂ ਵਿੱਚ ਖੜ ਗਏ ਉੱਥੇ, ਕਿਉਂ? ਪ੍ਰੇਮ ਦੀ ਕਹਾਣੀ ਹੈ ਸਾਰੀ। ਬਾਜ਼ਾਰ ਵਿੱਚ ਐਸੇ ਖੜੇ ਪ੍ਰੇਮ ਨਿਮਗਨ ਹੋਏ ਕਿ ਕੱਪੜਾ ਵੀ ਖਰੀਦ ਲਿਆ, ਖਿਆਲਾਂ ਦੇ ਨਾਲ ਹੀ ਸਮਾ ਵੀ ਲਿਆ ਤੇ ਪਹਿਨਾ ਵੀ ਦਿੱਤਾ। ਉਧਰੋਂ ਸਤਿਗੁਰੂ ਜੀ ਨੇ ਪਹਿਨ ਵੀ ਲਿਆ। ਇਹ ਹੈ ਭਾਵ, ਪ੍ਰੇਮ ਭਾਵਨਾ। ਪ੍ਰੇਮ ਨਾਲੋਂ ਵੀ ਉੱਪਰ ਭਾਵਨਾ ਹੈ, ਜਿਹੜੀ ਹੈ ਨਾ ਭਾਵਨਾ। ਮਾਤਾ ਭਾਗ ਭਰੀ ਨੇ ਕੀਤੀ ਜਿਹੜੀ ਭਾਵਨਾ, ਉਹਦੇ ਕਰਕੇ ਛੇਵੇਂ ਪਾਤਸ਼ਾਹ ਉੱਥੇ ਗਏ। ਪ੍ਰੇਮ ਤਾਂ ਆਪਣੇ ਵਿੱਚ ਘੱਟ ਨਹੀਂ, ਆਪਣੇ 'ਚ ਪ੍ਰੇਮ ਬੜਾ ਹੈ, ਪਰ ਪ੍ਰੇਮ ਤੋਂ ਵੀ ਉੱਤੇ ਮਹਾਰਾਜ ਕਹਿੰਦੇ ਪ੍ਰੇਮ ਦੀ ਭਾਵਨਾ। ਪ੍ਰੇਮ, ਪੂਰਨ ਪ੍ਰੇਮ ਪ੍ਰਭਾਵ ਬਿਨਾ। ਜਿਵੇਂ ਸੂਰਜ ਦਾ ਪ੍ਰਭਾਵ ਹੈ, ਸੂਰਜ ਚੜ੍ਹ ਜੇ, ਬਾਹਰ ਧੁੱਪ ਨਿਕਲਿਆ, ਆਪਾਂ ਨੂੰ ਅੰਦਰ ਬੈਠਿਆਂ ਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਵੀ ਸੂਰਜ ਚੜ੍ਹ ਗਿਆ। ਇਹ ਵੀ ਪ੍ਰਭਾਵ ਹੈ ਉਹਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਪ੍ਰੇਮ ਦਾ ਪ੍ਰਭਾਵ ਜਦੋਂ ਪੈਂਦਾ, ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਦ ਪਾਏ।
पूर्ण प्रेम तो बिना किसी ने पत इज्जत प्राप्त नहीं की। ते बड़े मान सत्कार नाल किहने श्री श्रोमणी पद्मा पत पाए, अकाल पुरख की प्राप्ति किवें कर सकिया? कोई प्रेम तो बिना। जो लक्ष्मी दे समुची माया दे पति होना होर चीज है, लक्ष्मी का पति विष्णु है, पर समुची जिहड़ी माया है ब्रह्मंड दे विच काम करदी कुदरत, वो अकाल पुरख उस दे मालक ने। आद अनंत अगाध अदवैख सुभूत भविख भवान अपै है। आद जी का कोई नहीं, अनंत बेअंत है जो, अगाध डूंगा है, अदवैख ईर्खा तो रहत है जो, सो भूत भविख भवान अपै है। भूत काल विच, भविख विच, वर्तमान समय विच परमेश्वर तिन्ना कालां विच अपै है। तिन्ना कालां विच उहनूं किसी तो डर नहीं लगता, ना किसी तो डरदा, ना उहनूं लोड़ है डरन दी, क्योंकि समर्था उहदी बहुत ज़्यादा वड्डी है। इस करके उन्हें डरना की है। अंत विहीन, अंत तो बिना है, ना तो उहदा आद ना कोई अंत है। अनातम कहने वो अनातम आप, अन आत्म, जिवें आपां जीव आत्मा हाँ, आत्मा तो रहत, वो तो आप ही जोत रूप है। इस करके वो अकाल पुरख आत्म तो रहत, अदाग दाग तो रहत, कलंक नहीं, कोई दाग नहीं उन्होंने अज तक। कलंकं बिना ने कलंकी स्वरूपे, ओदा ऐसा स्वरूप है। अदोख, दोख होंदे ने पाप, पापां तो रहत है। अछिद्र, छिद्र नहीं कोई रोक सकता ਉਹਦੇ ਵਿੱਚ, कोई ये नहीं कह सकता कि फलाना छिद्र है, फलाना दोष है ਉਹਦੇ ਵਿੱਚ, फलाना औगण है, कोई ऐब है। अछै है, अछै छै हुंदा नाश होना, अछै हुंदा नाश तो रहत है। लोगन के करता हरता, लोगां सारी सृष्टि दे करता मालक आप ने, फिर हरता भी नाश करन वाले भी इन्हां नूं आप ही ने। जल में थल में भरता प्रभ वह है, जलां विच भी ते थलां विच भी भरता है, सारियां दा पेट नूं भरता है, हरेक दे पेट नूं भरन वाला है, हरेक नूं रोजी रोटी देण वाला है। दीन दयाल दया कर श्रीपत सुंदर, श्री पद्मा पत ए है। महाराज कहने दीन जो गरीबां दे उत्ते दया करन वाला दयालु अकाल पुरख है। दया कर, दया दी जिहड़ी खाणी है दयालु अकाल पुरख। श्री पत सुंदर, श्री पद्मा पत ए है। इत्थे दो बारी आया श्री पत सुंदर। श्री दा जिहड़ा अर्थ है ना, वो हैगा विष्णु, ब्रह्मा ते कुबेर, ये तीन, इन्हां दा भी पति आ वो श्री पत सुंदर। विष्णु दा, ब्रह्मा दा, कुबेर दा भी पति, क्योंकि कुबेर कोले भी सारी जिन्नी माया, कुबेर उन्हां दा भंडारी है। इस करके श्री उन्होंने लगता, जिथे लक्ष्मी आ गई उत्थे श्री आ जाना। विष्णु जी की पत्नी है लक्ष्मी, इस करके इत्थे भी श्रीपत लगता है। इसे प्रकार ब्रह्मा जी कोल भी सारियां यही ताकतां ने, सरस्वती आदि। तां सतगुरु कहने श्रीपत सुंदर, जेड़े ये तिन्ने ने ना देवते, इन्हां दा भी वो पति है, वो मालक है। श्री पद्मा पत ए है। श्री श्रोमणी सुभायमान माया लक्ष्मी का जो पति अकाल पुरख वाहिगुरु है, वो इन्हां तिन्नां दा भी मालक है। इस करके वो अकाल पुरख वाहिगुरु जो है सारियां दा मालक है, साडा भी मालक है, उन्हां दा भी मालक है, तिन्नां लोकां दा ही मालक है। तां सतगुरु महाराज कहने इन्ना वड्डा अकाल पुरख वाहिगुरु है, उस अकाल पुरख की आराधना करनी कोई टाइम नहीं लगता हुंदा ज़्यादा बाणी पढ़न नूं, सिर्फ 5-4 मिनट लगते इन्हां सवैयां नूं, पर इन्हां दे पढ़न नाल बख्शिश बड़ी हुंदी। जिहड़े लोग कहें साडे कोल रोटी नहीं है, रोजी नहीं है, काम नहीं बनता है, वो महाराज ने दिता तो है। दीनन की प्रतिपाल करने तो गरीबां की पालना रोज करता है, पर आपां कहने बस 5 बाणियां पढ़ लियां, हुण मैनूं लोड़ ही नहीं, गाहां होर नहीं मैनूं लोड़ है। महाराज कहने इन्नी बाणी मैं किहदे लई लिखी है गुरसिखो, तुहाडे लई तां लिखी है। रज रज बाणी पढ़ो, जे बाणी रज के पढ़ोगे तो रजवीं रोटी भी मिलेगी, लोक परलोक भी समरेगा। दोनों थावां दे उत्ते सतगुरु किरपा करनगे, दोवें थाम रखे
गुर सूरे हलत पलत पार ब्रह्म सवारे ਕਾਰਜ ਹੋਏ ਸਗਲੇ ਪੂਰੇ। ਵਾਹ ਸਾਹਿਬ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ ਸਵਈਏ। ਇਹ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ, ਗਰੀਬਾਂ ਦੀ ਪਾਲਣਾ ਕਰਦਾ। ਪੰਜਵਾਂ ਮਹਾਰਾਜ ਸੱਚੇ ਪਾਤਸ਼ਾਹ ਪੰਜਵੀਂ ਪੌੜੀ ਇਹਨਾਂ ਸਵਈਆਂ 'ਚ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਜਿਹੜਾ ਹੈ ਉਹ ਵਾਹਿਗੁਰੂ ਦਾ ਸਰੂਪ ਨਿਰਮਲ ਕਿਵੇਂ ਹੈ ਤੇ ਮੈਲ ਤੋਂ ਰਹਿਤ ਕਿਵੇਂ ਹੈ। सतगुरु महाराज फरमाउंदे ने काम ना क्रोध ना लोभ ना मोह ना रोग ना सोग ना भोग ना भै है। कहते इन्ना कुछ हो जाए अपने विच काम भी है, क्रोध भी है, लोभ भी है, मोह रोग सोग भोग सारा कुछ, डर भी है। इन्हां ही गल्लां नूं लैके आपां निर्मल नहीं हो सके। हुण एक पासे मैल लगी हुई है, शरीर नूं भरी है, हथ पैर तन दे। एक पासे पानी निर्मल है, पानी धोता है उतर सुखे। सो निर्मल जल दे नाल आपां मैली चीज नूं धो दिंदे हां। अपने विच काम क्रोध लोभ मोह है, रोग सोग भोग सारा कुछ। एक पासे वाहिगुरू विच नहीं है। वाहिगुरू निर्मल जल है। हर हर नाम शीतल जल ध्यावो हर चंदन वास सुगंध गंधैया। सतगुरु महाराज कहते ने निर्मल दे नाल, निर्मल जल दे नाल अपने मनां दी मैल नूं उतार सकते हैं। इस करके जदों पढ़ते हैं यह तां अपने अंदर भी यही अवस्था हौली 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 आ जाती है। वाहिगुरू दे विच ना काम है, ना क्रोध है, ना लोभ है, ना मोह है, ना कोई रोग है, आदि व्याधि उपाधि नहीं, ना भय है, डर भी नहीं है ਉਹਦੇ मन के अंदर। देह बहीन, देही तो बहीन बिना है। वाहिगुरु की देही नहीं है कोई। स्नेह सबो तन, पर सारिया शरीरां नाल सारिया जीवां नाल प्यार भी करदा। अपना ਉਹਦਾ कोई स्वरूप नहीं है वाहिगुरु का, पर फिर प्यार भी करता है साडे सारे जिन्ने जीव उन्हें बनाए ने, जिन्ने स्वरूप बनाए ने। नेह बिरकत, जिहड़ा नेह है, नेह मोह है, जिहड़ा नेह प्यार है, जिहड़ी संसारी जीवां नूं नेह हुंदा, बच्चियां नाल परिवार नाल मोह पै जांदा है। पर अकाल पुरख वाहिगुरू नेह बिरकत है, नेह दी पकड़ तो परे है। ਉਹਨੂੰ नेह नहीं है। जे नेह हुंदा तो महाराज गुरु नानक देव जी कहते लै मैं अपने बच्चों नूं गद्दी देवांगा, उन्हां नूं कोई परिवार नाल नहीं। महाराज ने गुरु अंगद देव ने अपने साहिबजादियां नूं दे देनी सी गद्दी जे प्यार हुंदा। गुरु अमरदास जी ने बख्शिश की अगे। जब चारे साहिबजादे शहीद हो गए तो महाराज ने कोई फर्क नहीं मन्निया है। इस करके अकाल पुरख के जिन्ने लक्षण ने वो साडे सतगुरु उस तरह ही ढुकते हैं, क्योंकि निर्गुण सरगुण रूप है। तो सतगुरु महाराज सच्चे पातशाह कहते अगेह अछै है। अगेह ग्रह हुंदा, ग्रह का अगेह बनया। अगेह घर तो रहत, ਉਹਦਾ कोई घर नहीं साडे वांगू कि ईटां दा घर बना के बैठा। ਉਹਦਾ सर्व व्यापक है, अच्छा है। अगेह अच्छा है। छह हुंदी है स्वाह हो जानी, नाश हो जाना। अकाल पुरख वाहिगुरू अच्छा है, नाश तो रहत है। जान को देत अजान को देत, जान वालियां नूं दिंदे ने जिहड़े जिन्हां च जान है, चेतन सत्ता। जिवें आपां है तुरे फिरदे हैं, पंछी उड़े फिरदे ने। कई जीव जिहड़े ने वो अजान ने, उन्हां च जान भी नहीं हुंदी पर फिर भी जूनी हुंदी आ। वो जड़ चीज़ां जिहड़ियां ने, पत्थर आदਿਕ ने, ये सारियां चीज़ां जिहड़ियां ने वाहिगुरू सारियां नूं ही बख्शिश करदे ने। जान को देत, जान वालियां नूं भी दिंदे ने, अजान को देत। जिन्हां दे अंदर जान नहीं है उन्हां रूहां नूं भी कई स्वरूप ही उन्हें इहो बनाए ने। 84 ਲੱਖ जून दे विच जिहड़े इक्को ही जगह खड़े रहिंदे ने, इक्को ही जगह टिके रहिंदे ने, उन्हां नूं भी दिंदे ने। वो तां
ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜ਼ਮੀਨ ਦੇ ਉੱਤੇ ਲੋਕਾਂ ਨੂੰ ਦਿੰਦੇ ਨੇ, ਜ਼ਮੀਨ ਤੇ ਬਸਣ ਵਾਲੇ ਹਰੇਕ ਨੂੰ ਦਿੰਦੇ ਨੇ। ਉਹ ਜੇ ਆਂਡਾ ਵੀ ਦਿੰਦੇ ਨੇ, ਆਂਡਾ ਉਹਨਾਂ ਦਾ ਥੱਲੇ ਆਉਂਦਿਆਂ ਕਿਉਂਕਿ ਉਚਾਈ ਇੰਨੀ ਤੇ ਨਹੀਂ ਉਹ ਬੱਚਾ ਪੈਦਾ ਹੋ ਕੇ ਵਾਪਸ ਆਪਣੇ ਮਾਂ-ਬਾਪ ਨਾਲ ਜਾ ਕੇ ਮਿਲ ਪੈਂਦਾ। ਇਹੋ ਜਿਹੇ ਪੰਛੀ ਅਸਮਾਨ ਵਿੱਚ ਪਏ ਨੇ। ਮਹਾਰਾਜ ਕਹਿੰਦੇ ਦੇਖੋ ਉਹਨਾਂ ਨੂੰ ਵੀ ਉੱਥੇ ਪਹੁੰਚਾਉਂਦਾ ਹੀ ਆ। ਉਹ ਕੀ ਪਤਾ ਕੀ ਖਾਣ ਨੂੰ ਦਿੰਦੇ ਨੇ ਉਹਨਾਂ ਨੂੰ ਉੱਥੇ। ਉਹ ਇੰਨਾ ਵੱਡਾ ਪੰਛੀ ਦੱਸਿਆ ਵੀ ਉਹ ਜਿਹੜਾ ਉੱਪਰਲੇ ਅਸਮਾਨਾਂ 'ਚ ਪੰਛੀ ਇੰਨਾ ਵੱਡਾ ਦੱਸਿਆ ਉਹ ਕਦੇ ਇਸ ਸ੍ਰਿਸ਼ਟੀ ਤੇ ਆਇਆ ਵੀ ਹੋਵੇਗਾ। ਜਦੋਂ ਉਹ ਧਰਤੀ ਤੇ ਉੱਡ ਕੇ ਆਉਂਦਾ ਤੇ ਹਾਥੀ ਨੂੰ ਆਪਣੇ ਪਕੜ ਕਰਕੇ ਪੰਜਿਆਂ ਵਿੱਚ ਫੇਰ ਉੱਡ ਜਾਂਦਾ, ਹਾਥੀ ਚੁੱਕ ਕੇ ਲੈ ਜਾਂਦਾ। ਇੰਨਾ ਵੱਡਾ ਪੰਛੀ ਹੈ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੋ ਵਾਹਿਗੁਰੂ ਸਾਰਿਆਂ ਨੂੰ ਆਕਾਸ਼ ਵਿੱਚ ਵੀ ਦਿੰਦਾ ਹੈ, ਇਸ ਧਰਤੀ ਉੱਤੇ ਵੀ ਬਖਸ਼ਿਸ਼ ਕਰਦਾ ਹੈ। ਤਾਂ ਸਤਿਗੁਰੂ ਮਹਾਰਾਜ 10ਵੇਂ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ। ਮਹਾਰਾਜ ਕਹਿੰਦੇ ਸੋਹਣਿਆ ਫਿਰ ਕਾਹਦੇ ਵਾਸਤੇ ਡੋਲਦਾ। ਉਹ ਜਦ ਆਕਾਸ਼ ਵਿੱਚ ਉੱਡਦੇ ਪੰਛੀ ਨੂੰ ਰੋਟੀ ਦਿੰਦਾ, ਪਤਾਲ ਵਿੱਚ ਦਿੰਦਾ, ਧਰਤੀ ਤੇ ਦਿੰਦਾ, ਪਹਾੜਾਂ ਵਿੱਚ ਦਿੰਦਾ, ਪਤਾ ਨਹੀਂ ਕਿੱਥੇ ਕਿੱਥੇ। ਤੂੰ ਤਾਂ ਚੰਗਾ ਭਲਾ ਸ਼ਹਿਰ 'ਚ ਬੈਠਾ, ਤੇਰੇ ਕੋਲ ਤਾਂ ਸਾਰਾ ਕੁਝ, ਤੈਨੂੰ ਫਿਰ ਕਾਹਦੀ ਫਿਕਰ ਪਈ ਹੋਈ ਆ। ਦੇਣਗੇ, ਦਿੰਦੇ ਵੀ ਨੇ, ਭੁੱਖਾ ਤਾਂ ਨਹੀਂ ਮਾਰਦੇ ਹੈ। ਰੋਟੀ ਤਾਂ ਸਾਰਿਆਂ ਨੂੰ ਦਿੰਦੇ ਨੇ, ਬਾਕੀ ਤਾਂ ਆਪਣੀ ਪਰਾਲਬਧ ਹੋਰ ਵੀ ਹੈ, ਜਿਹੀ ਜੀ ਆਓ ਜੀ ਮਿਲ ਜਾਂਦੀ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਹਰ ਕੁਝ ਦੇਣਾ, ਸਭ ਕੁਝ ਦੇਣਾ ਹੈ। ਔਰ ਵੀ ਬੜੀਆਂ ਬਖਸ਼ਿਸ਼ਾਂ ਕਰਦੇ ਨੇ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਰੋਗਨ ਬਹੁਵਾਚਕ ਹੋ ਗਿਆ। ਸਾਰੇ ਪ੍ਰਕਾਰ ਦੇ ਰੋਗ ਜਿੰਨੇ ਵੀ ਨੇ, ਸਿਰ ਤੋਂ ਲੈ ਕੇ ਪੈਰਾਂ ਤੱਕ, ਆਦਿ ਵਿਆਧੀ ਉਪਾਧੀ ਵਿੱਚ ਸਾਰੇ ਰੋਗ ਆ ਜਾਂਦੇ ਨੇ ਰੋਗਾਂ ਤੋਂ ਅਤੇ ਸੋਗਨ ਤੋਂ, ਸੋਗਾਂ ਤੋਂ। ਮਹਾਰਾਜ ਕਹਿੰਦੇ ਭੋਗੰ ਤਾਂ ਰੋਗੰ, ਰੋਗੰ ਤਾਂ ਸੋਗੰ। ਜਦੋਂ ਬੰਦਾ ਵਿਸ਼ੇ ਵਿਕਾਰ ਭੋਗਦਾ ਹੈ ਤਾਂ ਉਹਨੂੰ ਰੋਗ ਲੱਗਦੇ ਨੇ, ਰੋਗਾਂ ਤੋਂ ਸੋਗ ਪੈਦਾ ਹੁੰਦੇ ਨੇ। ਇਸ ਕਰਕੇ ਵਾਹਿਗੁਰੂ ਰੋਗਾਂ ਤੋਂ ਬਚਾਉਂਦਾ ਹੈ, ਸੋਗਾਂ ਤੋਂ ਬਚਾਉਂਦਾ ਹੈ। ਘਰ ਵਿੱਚ ਸੋਗ ਨਹੀਂ ਪੈਣ ਤਾ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ। ਜਲ ਜੋਗਨ ਪਹਿਲਾਂ ਤਾਂ ਜੀਵ ਜੰਤੂ ਜਿਹੜੇ ਜਲਦੇ ਨੇ, ਬੜੀਆਂ ਬੜੀਆਂ ਬੇਲ ਮੱਛੀਆਂ ਨੇ, ਹੋਰ ਕਈ ਜਾਨਵਰ ਨੇ, ਮਗਰਮੱਛ ਨੇ, ਉਹਨਾਂ ਤੋਂ ਬਚਾਉਂਦਾ ਹੈ। ਜਲ ਦੇ ਵਿੱਚ 42 ਲੱਖ ਜੂਨ ਹੈ ਕੁੱਲ। ਜਲ ਵਿੱਚ ਬਹੁਤ ਕੁਛ ਹੈ। ਜਿੰਨੀ ਦੁਨੀਆ ਆਪਣੀ ਬਾਹਰ ਹੈ, ਇੰਨੀ ਦੁਨੀਆ ਜਲ ਦੇ ਵਿੱਚ। ਦੇਖਣ ਵਾਲੀਆਂ ਚੀਜ਼ਾਂ ਜਲ ਵਿੱਚ ਤਾਂ ਵੈਸੇ ਮੱਛੀਆਂ ਨੇ, ਮਗਰਮੱਛ ਨੇ, ਬੇਲ ਮੱਛੀਆਂ ਨੇ, ਹੋਰ ਬਹੁਤ ਕੁਛ ਹੈ। ਪਰ ਇੱਕ ਪਾਣੀ ਵਿੱਚ ਸਥੂਲ ਸਰੀਰ ਤੋਂ ਬਿਨਾਂ ਰੂਹਾਂ ਦਾ ਰਹਿਣਾ ਜਿਹੜਾ ਹੈ ਨਾ, ਉਹ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਉਹ ਦੁਨੀਆ ਵਿੱਚ ਵੀ ਨੇ, ਉਹ ਪਾਣੀ ਵਿੱਚ ਵੀ ਰਹਿੰਦੇ ਨੇ। ਔਰ ਰੂਹਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਪਵਿੱਤਰ ਹੁੰਦੀਆਂ ਨੇ, ਇੱਕ ਅਪਵਿੱਤਰ ਹੁੰਦੀਆਂ ਨੇ। ਜਿਹੜੀਆਂ ਅਪਵਿੱਤਰ ਰੂਹਾਂ ਨੇ ਇਹ ਅਪਵਿੱਤਰ ਥਾਵਾਂ ਤੇ ਹੀ ਵਾਸਾ ਕਰਦੀਆਂ, ਜ਼ਿਆਦਾ ਗੰਦਗੀ ਆਦਿਕ ਵਾਲੇ ਥਾਵਾਂ ਤੇ, ਜਿੱਥੇ ਇਹਨਾਂ ਦੇ ਖਾਜੇ ਹੁੰਦੇ ਨੇ, ਜਿੱਥੇ ਗਲਤ ਚੀਜ਼ਾਂ ਖਾਂਦੀ ਦੁਨੀਆ, ਉੱਥੇ ਵਾਸਾ ਕਰਦੀਆਂ। ਅਤੇ ਜਿੱਥੇ ਪਵਿੱਤਰ ਥਾਂ ਨੇ, ਜਿੱਥੇ ਪਵਿੱਤਰ ਸਰੋਵਰ ਹੈ, ਸਰੋਵਰ ਵਿੱਚ ਬਿਨਾਂ ਸਰੀਰ ਤੋਂ ਬਹੁਤ ਵਾਸਾ ਹੈ। ਇੱਕ ਇੱਕ ਸਰੋਵਰ ਵਿੱਚ ਲੱਖਾਂ ਪ੍ਰਾਣੀ ਰਹਿੰਦੇ ਨੇ। ਇੱਕ ਸਮੁੰਦਰ ਵਿੱਚ ਤਾਂ ਕੋਈ ਅੰਤ ਹੀ ਨਹੀਂ, ਇੰਨੀ ਵੱਡੇ ਸਮੁੰਦਰ ਵਿੱਚ ਇਹ ਦੁਨੀਆ ਨਾਲੋਂ ਵੱਧ ਵੀ ਆਬਾਦੀ ਹੈ ਉਹਦੇ ਵਿੱਚ। ਆ ਜਿਹੜੇ ਬੜੇ ਬੜੇ ਜਹਾਜ਼ ਡੁੱਬ ਜਾਂਦੇ ਨੇ, ਆਪਣੇ ਆਪ ਉਲਟ ਜਾਂਦੇ ਨੇ, ਕਈ ਕੁਛ ਹੋ ਜਾਂਦਾ, ਤੂਫਾਨ ਆ ਜਾਂਦੇ ਨੇ ਸਮੁੰਦਰੀ। ਇਸ ਜਲ ਜੋਗਨ ਵਿੱਚ ਹੀ ਹੁੰਦਾ ਸਾਰਾ। ਜਲ ਦੀਆਂ ਜੋਗਣੀਆਂ, ਜਲ ਦੇ ਜੰਤੂ, ਜਲ ਦੇ ਵਿੱਚ ਹੋਣ ਵਾਲੀ ਹਰ ਗਲਤ ਕਿਰਿਆ ਜਿਹੜੀ ਇਨਸਾਨ ਨੂੰ ਮਾਰ ਸਕਦੀ ਹੈ, ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਲ ਜੋਗਨ ਤੋਂ ਬੜੇ ਤਰੀਕਿਆਂ ਨਾਲ ਬਚਾਉਂਦਾ। ਵਾਹਿਗੁਰੂ ਪਾਣੀ ਵਿੱਚ ਵੀ ਰੱਖਿਆ ਕਰਦਾ ਸਾਡੀ। ਸੋ ਜਿਵੇਂ ਮਰਚੈਂਟ ਨੇਵੀ ਦੇ ਵਿੱਚ ਇੱਕ ਸਿੰਘ ਸੀ, ਉਹ ਮਹਾਂਪੁਰਸ਼ਾਂ ਨੂੰ ਕਹਿਣ ਲੱਗਿਆ ਅਸੀਂ ਪਾਣੀ ਵਿੱਚ ਹੀ ਰਹਿੰਦੇ ਹਾਂ ਹਰ ਟਾਈਮ, ਸਾਨੂੰ ਵੀ ਕੋਈ ਸ਼ਬਦ ਦੱਸੋ ਵੀ ਪਾਣੀ 'ਚ ਬਚਾ ਰਹੇ। ਕਦੇ ਕਦੇ ਤੂਫਾਨ ਵੀ ਆ ਜਾਂਦੇ ਨੇ, ਕਦੇ ਕੁਛ ਵੀ ਹੋ ਜਾਂਦਾ। ਸੋ ਮਹਾਂਪੁਰਸ਼ ਕਹਿਣ ਲੱਗੇ ਉਹ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਇਹਦਾ ਜਾਪ ਕਰਿਆ ਕਰ।
ਸੋ ਇਹਦਾ ਹੀ ਜਾਪ ਜਦੋਂ ਕਰਦਾ ਰਿਹਾ ਇੱਕ ਦਿਨ ਇਤਨਾ ਵੱਡਾ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ। ਕਹਿੰਦਾ ਜਿਹੜੀ ਸਾਡੇ ਜਹਾਜ਼ ਤੇ ਤੋਪਾਂ ਲੱਗੀਆਂ ਹੋਈਆਂ ਸੀ ਉਹ ਤੋਪਾਂ ਦੇ ਮੂੰਹ ਮੋੜ ਦਿੱਤੇ, ਪਾਣੀ ਨੇ ਤੋਪਾਂ ਵੀ ਵਿੰਗੀਆਂ ਕਰਤੀਆਂ, ਇੰਨੀ ਤੇਜ਼ ਛੱਲਾਂ ਵੱਜੀਆਂ ਆ ਕੇ। ਬਾਕੀ ਦਾ ਰੱਬ ਹੀ ਰਾਖਾ ਵੀ ਬੰਦੇ ਦਾ ਕੀ ਹਾਲ ਹੋਣਾ। ਪਰ ਕਹਿਣ ਲੱਗਿਆ ਜਿਉਂ ਹੀ ਮੈਂ ਇਹ ਸ਼ਬਦ ਦਾ ਜਾਪ ਕੀਤਾ, ਅਰਦਾਸ ਕੀਤੀ ਮਹਾਰਾਜ ਜੀ ਦੇ ਅੱਗੇ, ਕਹਿੰਦੇ ਮੇਰੇ ਦੇਖਦਿਆਂ ਅਰਦਾਸ ਤੋਂ ਬਾਅਦ ਸਮੁੰਦਰ ਇੱਕਦਮ ਸ਼ਾਂਤ ਹੋ ਗਿਆ, ਕੁਛ ਵੀ ਨਹੀਂ ਹੈ ਮੁੜ ਕੇ ਉੱਥੇ। ਇਸੇ ਤਰ੍ਹਾਂ ਹੀ ਇੱਕ ਮਿਲਟਰੀ ਵਿੱਚ ਸਿੰਘ ਹੁੰਦਾ ਸੀ, ਉਹ ਵੀ ਕਹਿੰਦਾ ਲੜਾਈ ਵਿੱਚ ਮਹਾਰਾਜ ਬੜੀਆਂ ਗੋਲੀਆਂ ਚੱਲਦੀਆਂ, ਵੀ ਕਦੇ ਲੜਾਈ ਲੱਗ ਜਾਂਦੀ, ਵੀ ਕੋਈ ਰੱਖਿਆ ਵਾਸਤੇ ਸ਼ਬਦ ਹੋਣਾ ਚਾਹੀਦਾ। ਉਹਨੂੰ ਵੀ ਇਹੀ ਕਿਹਾ ਸੀ, ਕਹਿੰਦੇ ਰੋਗਨ ਤੇ ਅਰ ਸੋਗਨ ਤੇ ਪੜਿਆ ਕਰ। ਜਦੋਂ ਬਚ ਕੇ ਆਇਆ ਸੀ ਕਹਿੰਦਾ ਸੀ 3000 ਸਾਡੀ ਪਲਟਣ ਸੀ, ਸਿਰਫ ਇੱਕੋ ਹੀ ਬਚਿਆ ਮੈਂ ਇਕੱਲਾ ਹੀ। ਇੰਨੀ ਬੰਬਾਰਡਮੈਂਟ ਹੋਈ ਸੀ 71 ਸੰਨ 'ਚ ਉਹਨਾਂ ਦੇ ਦੁਆਲੇ। ਕਹਿੰਦਾ ਮੈਂ ਕਿੰਨੇ ਹੀ ਕੰਬਲ ਉੱਪਰ ਲੈ ਕੇ ਮੋਰਚੇ 'ਚ ਡਿੱਗ ਕੇ ਸ਼ਬਦ ਦਾ ਜਾਪ ਕਰੀ ਗਿਆ, ਇਕੱਲਾ ਹੀ ਆਇਆ ਮੁੜ ਕੇ ਫਿਰ। ਕਿਉਂਕਿ ਜਿਹਨੇ ਆਸਰਾ ਤੱਕਿਆ ਵਾਹਿਗੁਰੂ ਦਾ, ਸਾਰੇ ਤੱਕ ਸਕਦੇ, 3000 ਫੌਜੀ ਵੀ ਤੱਕ ਸਕਦਾ, ਪਰ ਉਹਨਾਂ ਨੇ ਕਦੇ ਖਿਆਲ ਹੀ ਨਹੀਂ ਕੀਤਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਬੜੇ ਤਰੀਕਿਆਂ ਨਾਲ ਬਚਾ ਲੈਂਦਾ ਉਹ। ਜਿਹਨੂੰ ਉਹਨੇ ਬਚਾਉਣਾ ਉਹਨੂੰ ਕੋਈ ਕੁਝ ਵੀ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਕੁਝ ਕਰੀ ਜਾਵੇ। ਇਹਨੂੰ ਨਹੀਂ ਬਚਾਉਣਾ, ਉਹਨੂੰ ਨਹੀਂ ਬਚਾਉਣਾ। ਸਤਰ ਅਨੇਕ ਚਲਾਵਤ ਘਾਵ, ਦੁਸ਼ਮਣ ਅਨੇਕ ਤਰੀਕੇ ਦੇ ਘਾਉ ਚਲਾਉਂਦਾ, ਤੀਰ ਚਲਾਉਂਦਾ, ਗੋਲੀਆਂ ਚਲਾਉਂਦਾ, ਬਰਛੇ ਮਾਰਦਾ, ਕਈ ਪ੍ਰਕਾਰ ਦੇ ਸ਼ਸਤਰ ਅਸਤਰ ਚਲਾ ਦਿੰਦਾ। ਤਉ ਤਨ ਏਕ ਨਾ ਲਾਗਨ ਪਾਵੇ, ਮਹਾਰਾਜ ਕਹਿੰਦੇ ਤਾਂ ਸਰੀਰ ਨੂੰ ਇੱਕ ਵੀ ਨਹੀਂ ਲੱਗਦਾ। ਜਿੰਨਾ ਮਰਜ਼ੀ ਕੋਈ ਗੋਲੀਆਂ ਚਲਾਈ ਜਾਵੇ, ਜਿੰਨਾ ਮਰਜ਼ੀ ਕੋਈ ਤੀਰ ਚਲਾਈ ਜਾਵੇ। ਬੜੇ ਪ੍ਰੇਮੀ ਬੈਠੇ ਨੇ ਮਿਲਟਰੀ ਦੇ ਵਿੱਚ ਵੀ, ਹੋਰ ਥਾਵਾਂ ਤੇ ਵੀ ਮਹਾਂਪੁਰਸ਼ ਵੀ ਬੜੇ ਹੋਏ ਨੇ ਮਿਲਟਰੀ ਦੇ ਵਿੱਚ। ਉਹ ਐਸੇ ਜਾਪ ਕਰ ਕਰਕੇ ਆਪਣੇ ਨਾਲੇ ਤਰੱਕੀਆਂ ਪਾ ਕੇ ਨਾਲੇ ਉਹਨਾਂ ਦੀ ਬਚਤ ਰਹੀ ਹੈ। ਰਾਖਤ ਹੈ ਆਪਣੋ ਕਰਦਾ ਕਰ ਪਾਪ, ਸਮੂਹ ਨਾ ਭੇਟਨ ਪਾਵੈ। ਆਪਣਾ ਹੱਥ ਦੇ ਕੇ ਬਚਾ ਲੈਂਦਾ ਪਾਪਾਂ ਤੋਂ। ਸਮੂਹ ਪਾਪ ਜਿੰਨੇ ਨੇ ਕੋਈ ਉਹਨੂੰ ਛੋਹ ਤੱਕ ਨਹੀਂ ਸਕਦਾ, ਪਾਪ ਵੀ ਨਹੀਂ ਨੇੜੇ ਆਉਂਦਾ। ਆਪਾਂ ਸੁਤੇ ਸਿੱਧ ਕਈ ਪਾਪ ਕਰ ਜਾਂਦੇ ਆ, ਪਰ ਜੇ ਆਪਾਂ ਵਾਹਿਗੁਰੂ ਦਾ ਆਸਰਾ ਰੱਖੀਏ, ਮਹਾਰਾਜ ਬਚਾ ਕੇ ਰੱਖਿਓ, ਪਾਪਾਂ ਤੋਂ ਬਚਾਇਓ, ਪਾਪ ਨਾ ਹੋ ਜਾਏ ਕਿਤੇ। ਸਤਿਗੁਰੂ ਉਹਨੂੰ ਪਾਪਾਂ ਤੋਂ ਵੀ ਬਚਾ ਲੈਂਦੇ ਨੇ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਕਹਿੰਦੇ ਹੋਰ ਦੀ ਤੈਨੂੰ ਗੱਲ ਕੀ ਦੱਸਾਂ ਮੈਂ। ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਉਹ ਤਾਂ ਮਾਤਾ ਦੇ ਉਦਰ ਵਿੱਚ ਪੇਟ ਦੇ ਜਿਹੜੇ ਅੰਦਰ ਪੜਦੇ ਨੇ, ਹੋਰ ਅੰਦਰ ਪੜਦੇ ਨੇ, ਜਿੱਥੇ ਜੀਵ 9 ਮਹੀਨੇ ਤੱਕ ਰਹਿੰਦਾ, ਉਹਨਾਂ ਪੜਦਿਆਂ ਵਿੱਚ ਵੀ ਰੱਖਿਆ ਕਰਦਾ ਵਾਹਿਗੁਰੂ। ਉੱਥੇ ਵੀ ਮਾਤਾ ਦੇ ਉਦਰ ਵਿੱਚ ਪ੍ਰਤਪਾਲਨਾ ਜੀਵ ਦੀ ਕਰਦਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ। ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਇਹ ਆਨੰਦ ਸਾਹਿਬ ਦੇ ਅਰਥਾਂ 'ਚ ਸੁਣਾਂਗੇ ਜਾ ਕੇ। ਸਤਿਗੁਰੂ ਮਹਾਰਾਜ ਕਹਿੰਦੇ ਪੇਟ ਦੇ ਵਿੱਚ ਵੀ ਰੱਖਿਆ ਕਰਦਾ ਹੈ। ਕਿਤਨਾ ਵਾਹਿਗੁਰੂ ਦੀ ਕਿਰਪਾ ਹੈ ਜੀਵਾਂ ਦੇ ਤੇ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਜਛ ਭੁਜੰਗ ਸੋ ਦਾਨਵ ਦੇਵ, ਅਭੇਵ ਤੁਮੈ ਸਭ ਹੀ ਕਰ ਧਿਆਵੈ। ਜਿਹੜੇ ਜਛ ਨੇ, ਯਕਸ਼ ਕੁਬੇਰ ਦੇ ਜਿਹੜੇ ਅੱਗੇ ਕਰਿੰਦੇ ਨੇ, ਯਕਸ਼, ਭੁਜੰਗ ਸੱਪ, ਦਾਨਵ ਜਿਹੜੇ ਦੈਂਤ ਨੇ, ਦੇਵਤੇ ਨੇ, ਤੁਮੈ ਸਭ ਹੀ ਕਰ ਧਿਆਵੈ, ਤੁਹਾਨੂੰ ਕੀ ਕਰਕੇ ਧਿਆਉਂਦੇ ਨੇ? ਅਭੇਵ, ਕੀ ਕਹਿੰਦੇ ਨੇ? ਅਭੇਵ ਹੈ, ਭੇਦ ਤੋਂ ਰਹਿਤ ਹੈ, ਭੇਦ ਤੋਂ ਰਹਿਤ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਉਹ ਵੀ ਇਹੀ ਕਹਿੰਦੇ ਨੇ। ਭੂਮ ਆਕਾਸ਼ ਪਤਾਲ ਰਸਾਤਲ, ਜਛ ਭੁਜੰਗ ਸਭੈ ਸਿਰ ਨਿਆਵੈ। ਭੂਮ ਥੱਲੇ, ਧਰਤੀ ਦੇ ਥੱਲੇ, ਆਕਾਸ਼ ਦੇ ਉੱਪਰ, ਪਤਾਲਾਂ ਦੇ ਵਿੱਚ ਤੇ ਰਸਾਤਲ ਅੰਤਲੀ ਸਟੇਜ ਹੈ ਧਰਤੀ ਦੀ। ਧਰਤੀ ਦੇ 7 ਹਿੱਸੇ ਨੇ, ਅਤਲ, ਬਿਤਲ, ਸੁਤਲ, ਤਲਾਤਲ, ਰਸਾਤਲ, ਮਹਾਤਲ, ਪਤਾਲ। ਪਤਾਲ ਬਿਲਕੁਲ ਥੱਲੇ ਚਲਿਆ ਜਾਂਦਾ, ਬਿਲਕੁਲ ਅਖੀਰ ਤੇ ਜਾ ਕੇ ਪਤਾਲ ਹੈ। ਇੱਕ ਰਸਾਤਲ ਵੀ ਹੈ। ਇਹ ਭੂਮੀ ਦੇ ਉੱਤੇ ਰਹਿਣ ਵਾਲੇ, ਆਕਾਸ਼ ਉੱਤੇ ਰਹਿਣ ਵਾਲੇ, ਉੱਡਣ ਵਾਲੇ, ਪਤਾਲਾਂ ਵਿੱਚ ਜਾਣ ਵਾਲੇ, ਰਸਾਤਲ ਵਾਲੇ, ਜਛ ਜਿਹੜੇ ਨੇ ਦੇਵਤੇ, ਇਹ ਕੁਬੇਰ ਦੇ ਅੱਗੇ ਕਰਿੰਦੇ ਨੇ, ਤੇ ਭੁਜੰਗ ਸੱਪ ਜਿਹੜੇ ਨੇ, ਸਭ ਸਿਰ ਨਿਆਵੇਂ, ਤੁਹਾਨੂੰ ਸਾਰੇ ਹੀ ਮੱਥਾ ਟੇਕਦੇ ਨੇ।
कोई है जिहड़ा रब नूं नहीं मत्था टेकदा, महाराज कहने उहनूं सारे ही मत्था टेकदे ने। पाए सकै नहीं पार प्रभाहू को, पर वाहिगुरू दा प्रभु दा कोई पार नहीं पा सकिया। इन्हां चों कोई नहीं दस सकिया कि कितना वड्डा है। नेत ही नेत है वेद बतावै, वेद भी कहते ने नेत है ना इति, पूरा अखर बनता है ना इति है ना इति, भाव नहीं तेरा अंत, नहीं है तेरा अंत। फिर आप बोलते नेत ही नेत है वेद बतावै, नहीं है तेरा कोई अंत, नहीं है तेरा कोई अंत, बेअंत है बेअंत है। खोज थके सब ही खुजिया सुर, सारे जिन्हें खोज करन वाले सी देवते रब की खोज करन लग पे, हार परे, हार के डिग पे। अपनी तो उम्र बड़ी छोटी जी है ना, देवतियां दी उम्र बड़ी वड्डी लंबी उम्र हुंदी है। एक एक कल्प किसी दी उम्र है, किसी दी 2 कल्प है, कल्पां दी गिणती बहुत वड्डी है। 4 युग जदों बतीत हो जाते ने, एक चौंकड़ी कहंदे ने इहनूं। जदों इस तरह ही 10 चौंकड़ियां बतीत हो जांदियां ने तां उहनूं एक कल्प कहंदे ने, अथवा कल्प उदों भी कहंदे ने जदों स्वर्गां दे विच जिहड़ा कल्प बृक्ष है ਉਹਦਾ ਜਦੋਂ एक पत्ता टुट के डिगदा, वो 10 चौंकड़ियां तो बाद डिगदा। एक पत्ता सिर्फ, मतलब कि 4-4 युग दियां 10 चौंकड़ियां ਜਦੋਂ लंघ जांदियां 40 युग, जे युग चारे आरजा होर दसूणी होए, ਇਹਨੂੰ एक कल्प कहा। भाव एक कल्प बंदे की उम्र हो जाए, उत्थे ही गिणती आ जाती है। तां एक पत्ता टुटदा है, एक चौंकड़ी लंघदी, एक कल्प कहंदे ने। कल्प बृक्ष दा एक पत्ता टुटण करके उन्हें एक कल्प कहंदे ने। जदों कल्प बृक्ष दे सारे पत्ते टुट जांदे ने तां फिर संसार ते महापरलो आउंदी है। तो महाराज सच्चे पातशाह कहने देवतियां दी इन्नियां वड्डियां वड्डियां उमरां ने, आपां तां कोई खोज, मनुख ने तां की खोज करनी है, अपने कोल तां उन्ने साधन भी है नहीं गए। आ तां साइंसदान इत्थों दूरबीनां ला ला के देख, देवते तां जिथे मर्जी पहुंच सकते हैं, उड़ जाते हैं। तां उन्हां नूं नहीं जद उहदा पता लग्या हार परे हर हाथ ना आवे, वो हार हंब के डिग पए ने, उन्हां दी समर्था मुक जांदी आ, वो गां जा ही नहीं सकते सचखंड तक, तो इन्हां चों कोई जा ही नहीं सकता, इस करके वो भी हार के डिग पैंदे ने। नारद से चतुरानन से रुम ना रिख से सब हूं मिल गायो। नारद मुनि जिहड़ा बड़ा अच्छा ज्ञाता है राग विद्या का, बड़ा सोहना कीर्तन करता है, क्योंकि दुनिया दियां कुल विद्या 14 विद्या विचों अपने चो कोई 1 2 3 4 तक जा सकता, 5 तक जा सकता, वध तो वध इदों ज्यादा नहीं जाता। तैराकी की विद्या चलो तरना सिक्ख्या, संगीत विद्या सिख लई, एक ज्योतिष विद्या है ये सिख लई, शस्त्र विद्या सिख लई, शास्त्र विद्या सिख लई, 5 या 6 विद्या, 14 विद्या कोई नहीं सिख सकता सारियां। नारद मुनि 14 विद्या का ज्ञाता है। नारद वर्गे जिहड़े गाउंदे ने संगीत, नारद से चतुरानन से, आनन मूँह नूं कहंदे, चतुर 4 नूं कहंदे, 4 मूहां वाला ब्रह्मा भी। नारद वर्गे, ब्रह्मा वर्गे, रुमना रिख, ये रुमना रिख ऐसा रिखी है जिन्हों सूत भी इहदा नाम आया, श्रीमद भागवत सूत इहदा नाम आया, ग्रंथाकारां ने इहदा नाम सूत लिखिया। ये रुमना रिख ऋषि व्यास ऋषि का चेला होया। ये रुमना इहदा नाम तां पिया कि ये इहियां जिहियां रोमांचक कहानियां ते देवतियां नूं इहियां जिहियां गल्लां सुणा दिंदा कि रोमावली खड़ी करदा ऋषियां मुनियां दी। ऐसियां बहुत सुंदर सुंदर सारियां उन्हां नूं गल्लां सुणा दिंदा। रुमना रिख से सब हूं मिल गायो। ये रुमना रिखी ने, आदक ने, सारियां ने मिल के भी उन्होंने गायन किया है। वेद कतेब ना भेद लखियो, वेदां ने कतेबां ने भी वाहिगुरू का भेद नहीं पाया हल तक। सब हार परे, हार के डिग पे, ला लिया जोर, अपना जोर जार ला के सारे डिग पे, हर हाथ ना आयो। वाहिगुरू इन्हां दे किसी दे हथ च नहीं आए। ये अपने आप को बहुत सियाणे समझते हैं ना, नहीं आउंदे। वाहिगुरू किसी दे हथ च नहीं आए। पाए सकै नहीं पार उमापत,
उमा पार्वती नूं कहंदे ने पत। ओहदा पति कौन है? शिव जी। पाए सकै नहीं पार उमापत, शिव जी भी नहीं ओहदा अंत पा सके। सिद्ध सनास सनंतन ध्यायो, सिद्धा ने ध्याया, नौ नाथां ने ध्याया। सनंतन हुंदा सनातन, विष्णु ते ब्रह्मा ने भी ध्याया, वो भी अंत ना पा सके। सतगुरु जी हुण आपां नूं कहंदे ने इन्ना तां तुहानूं दस दित्ता ना भी कोई ओहदा अंत नहीं पा सके अज तक। ते महाराज कहंदे ने अंत पाउण दा यतन भी ना कोई करिओ। तुहानूं अपने भले लई दसदे आ कि तुहाडा लाभ किहड़ी गल 'च है। ध्यान धरो तिह को मन मैं, जिह को अमित ओज सबै जग छायो। ਜਿਹਦਾ ਅਮਿਤ ओज अमित बल सारे जग ਦੇ ਉੱਤੇ ਛਾਇਆ, ਸਾਰੇ ਤਿੰਨਾਂ ਲੋਕਾਂ ਤੇ। ਧਿਆਨ ਧਰੋ ਤੇ ਕੋ ਮਨ ਮੈਂ, ਤੁਸੀਂ ਅੰਤ ਨਹੀਂ ਪਾਉਣਾ, ਤੁਸੀਂ ਉਹਦਾ ਧਿਆਨ ਧਰਨਾ ਮਨ ਦੇ ਵਿੱਚ। ਵਾਹਿਗੁਰੂ ਵਾਹਿਗੁਰੂ ਕਰਨਾ ਤੇ ਵਾਹਿਗੁਰੂ ਦਾ ਧਿਆਨ ਧਰਨਾ। वेद पुराण कतेब कुरान, अभेद निपान सबै पच हारे। वेद ਜਿਹੜੇ ਨੇ ਇਹ ਵੀ ਪਚ ਕੇ ਹਾਰ ਗਏ ਨੇ, ਪੁਰਾਣ ਵੀ ਹਾਰ ਗਏ ਨੇ, ਕਤੇਬਾਂ ਵੀ ਹਾਰ ਗਈਆਂ, ਕੁਰਾਨ ਵੀ ਹਾਰ ਗਏ। ਕਿਉਂਕਿ ਵਾਹਿਗੁਰੂ ਅਭੇਦ ਹੈ, ਵਾਹਿਗੁਰੂ ਭੇਦ ਤੋਂ ਰਹਿਤ ਹੈ। ਨਿਰਪਾਨ, ਨਿਰਪ ਜਿਹੜੇ ਰਾਜੇ ਨੇ ਸਭੈ ਪਚ ਹਾਰੇ, ਰਾਜੇ ਵੀ ਹਾਰ ਗਏ। ਛੋਟੇ ਛੋਟੇ ਰਾਜੇ ਨਹੀਂ, ਬਹੁਤ ਵੱਡੇ ਵੱਡੇ ਰਾਜੇ ਜਿਹੜੇ ਸੀ ਉਹ ਵੀ ਹਾਰ ਗਏ, ਉਹ ਵੀ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ। ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ, ਅਨਛੇਦ ਪੁਕਾਰੇ। ਭੇਦ ਨਹੀਂ ਪਾ ਸਕੇ ਅਨਭੇਦ ਵਾਹਿਗੁਰੂ ਦਾ, ਭੇਦ ਤੋਂ ਰਹਿਤ ਹੈ। ਖੇਦਤ ਹੈ, ਆਪਣੇ ਸਰੀਰ ਨੂੰ ਬੜਾ ਖੇਦ ਦਿੰਦੇ ਨੇ, ਦੁੱਖ ਦਿੰਦੇ ਨੇ, ਕਦੇ ਪੁੱਠੇ ਲਟਕਦੇ, ਕਦੇ ਪਾਣੀ 'ਚ ਖੜਦੇ ਨੇ, ਕਦੇ ਭੁੱਖੇ ਰਹਿੰਦੇ ਨੇ, ਕਦੇ ਪਿਆਸੇ ਰਹਿੰਦੇ ਨੇ ਕਿ ਵਾਹਿਗੁਰੂ ਦਾ ਅੰਤ ਪਾ ਲਈਏ। ਪਰ ਵਾਹਿਗੁਰੂ ਦਾ ਅੰਤ ਸਰੀਰ ਨੂੰ ਕਸ਼ਟ ਦੇ ਕੇ ਤਾਂ ਨਹੀਂ ਪਾਇਆ ਜਾ ਸਕਦਾ। ਅਨਛੇਦ ਪੁਕਾਰੇ, ਉਹ ਅਨਛੇਦ ਜਿਹੜਾ ਛੇਦਣ ਤੋਂ ਰਹਿਤ, ਕੱਟਣ ਤੋਂ ਰਹਿਤ ਵਾਹਿਗੁਰੂ ਹੈ, ਉਹਨੂੰ ਹੀ ਫਿਰ ਬਾਰ-ਬਾਰ ਪੁਕਾਰਦੇ ਨੇ, ਫਿਰ ਉਹਦਾ ਨਾਮ ਜਪਦੇ ਨੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਜਿਹਦਾ ਕੋਈ ਰਾਗ ਨਹੀਂ, ਜਿਹਦੇ ਅੰਦਰ ਰਾਗ ਦਵੈਸ਼ ਨਹੀਂ ਹੈ, ਈਰਖਾ ਨਹੀਂ ਹੈ। ਰਾਗ ਹੁੰਦਾ ਬਿਨਾਂ ਕਾਰਨ ਤੋਂ ਹੀ ਪ੍ਰੇਮ ਕਰਨਾ, ਈਰਖਾ ਕਿਸੇ ਬਿਨਾਂ ਕਾਰਨ ਤੋਂ ਈਰਖਾ ਕਰਨੀ। ਵਾਹਿਗੁਰੂ ਅੰਦਰ ਕਿਸੇ ਨਾਲ ਵਿਸ਼ੇਸ਼ ਖਾਸ ਇਸ ਤਰ੍ਹਾਂ ਰਾਗ ਵਾਲੀ ਗੱਲ ਨਹੀਂ ਹੈ ਕਿ ਬਸ ਇਹਦੇ ਨਾਲ ਹੀ ਮੇਰਾ ਰਾਗ ਹੈ ਤੇ ਉਹਦੇ ਨਾਲ ਦਵੈਸ਼ ਹੈ, ਉਹ ਇਹ ਚੀਜ਼ ਨਹੀਂ ਰੱਖਦੇ। ਰਾਗ ਨਾ ਰੂਪ ਹੈ ਤੁਹਾਡਾ ਕੋਈ, ਨਾ ਰੇਖ ਹੈ, ਕੱਛ ਮੱਛ ਆਦਿਕ ਰੇਖਾ ਵੀ ਨਹੀਂ ਹੈ ਕੋਈ, ਨਾ ਰੰਗ ਹੈ ਤੁਹਾਡਾ, ਨਾ ਕੋਈ ਸਾਕ ਸੰਗੀ ਹੈ, ਨਾ ਕੋਈ ਰਿਸ਼ਤੇਦਾਰ ਹੈ ਤੁਹਾਡਾ, ਨਾ ਕੋਈ ਸੋਗ ਹੈ ਤੁਹਾਡੇ ਅੰਦਰ। ਜਿਹੜਾ ਐਸੇ ਸਰੂਪ ਵਾਲਾ ਵਾਹਿਗੁਰੂ ਸਤਿਗੁਰੂ ਕਹਿੰਦੇ ਸੰਗ ਤਿਹਾਰੇ, ਕਹਿੰਦੇ ਉਹ ਤੁਹਾਡੇ ਨਾਲ ਹੀ ਰਹਿੰਦਾ। ਕਿਉਂਕਿ ਉਹ ਦਿਖਦਾ ਨਹੀਂ ਨਾ, ਉਹਦਾ ਰੂਪ ਹੀ ਕੋਈ ਨਹੀਂ ਹੈਗਾ, ਫਿਰ ਵੀ ਸਾਡੇ ਨਾਲ ਹੈ। ਆਦ ਅਨਾਦ ਅਗਾਧ ਅਭੇਖ ਅਦਵੈਖ ਜਪਿਓ ਤਿਨ ਹੀ ਕੁਲ ਤਾਰੇ। ਉਹ ਜੋ ਆਪ ਵਾਹਿਗੁਰੂ ਸਾਡਾ ਆਦ ਰੂਪ ਹੈ ਸਾਡਾ, ਅਨਾਦ ਉਹਦਾ ਕੋਈ ਆਦ ਨਹੀਂ, ਅਗਾਧ ਜੋ ਡੂੰਘਾ, ਭੇਖ ਜੋ ਭੇਖਾਂ ਤੋਂ ਰਹਿਤ ਹੈ, ਅਦਵੈਖ ਜੋ ਈਰਖਾ ਤੋਂ ਰਹਿਤ ਹੈ, ਦਵੈਸ਼ ਤੋਂ ਰਹਿਤ ਹੈ। ਜਪਿਓ, ਜਿਨ੍ਹਾਂ ਨੇ ਐਸੇ ਵਾਹਿਗੁਰੂ ਨੂੰ ਜਪਿਆ ਹੈ, ਤਿੰਨ ਹੀ ਕੁਲ ਤਾਰੇ, ਉਹਨਾਂ ਨੇ ਆਪਣੇ ਸਾਰੀਆਂ ਹੀ ਕੁਲਾਂ ਤਾਰ ਲਈਆਂ। ਤੀਰਥ ਕੋਟ ਕੀਏ ਇਸਨਾਨ ਦੀਏ, ਬਹੁ ਦਾਨ ਮਹਾਬ੍ਰਤ ਧਾਰੇ। ਜਿਨ੍ਹਾਂ ਨੇ ਕਰੋੜਾਂ ਤੀਰਥਾਂ ਤੇ ਇਸ਼ਨਾਨ ਕੀਤਾ ਹੈ, ਬਹੁਤ ਦਾਨ ਦਿੱਤੇ ਨੇ, ਮਹਾਬ੍ਰਤ ਧਾਰੇ। ਚੰਦਰਾਇਣ ਆਦਿਕ ਦੇ ਵਰਤ ਰੱਖੇ ਨੇ, ਵੱਡੇ ਵਰਤ ਹੁੰਦੇ ਨੇ, ਕੁੱਲ 24 ਵਰਤ ਵੱਡੇ, 6 ਇਹਨਾਂ 'ਚ ਹੋਰ ਮਿਲਦੇ, 30 ਵਰਤ ਬਣਦੇ ਨੇ। ਹੈ ਉਹੀ ਗੱਲ, ਮੁਸਲਮਾਨ 30 ਰੋਜ਼ੇ ਰੱਖਦੇ ਨੇ ਤੇ ਇਹ 30 ਵਰਤ ਰੱਖਦੇ ਨੇ ਆਪਣੇ, ਗੱਲ ਇੱਕੋ ਹੀ ਆ। ਉਹ ਸਾਰੇ ਸਾਲ 'ਚ ਰੱਖਦੇ ਨੇ, ਉਹ 1 ਮਹੀਨੇ 'ਚ ਰੱਖਦੇ ਨੇ। ਦੇਸ ਫਿਰਿਓ ਕਰ ਭੇਸ ਤਪੋ, ਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ। ਕਹਿੰਦੇ ਕਈ ਦੇਸ਼ਾਂ ਦੇ ਵਿੱਚ ਫਿਰਿਆ, ਤਰ੍ਹਾਂ ਤਰ੍ਹਾਂ ਦੇ ਭੇਸ ਕਰਕੇ, ਕਈ ਤਪ ਕੀਤੇ, ਪਰ ਅਕਾਲ ਪੁਰਖ ਵਾਹਿਗੁਰੂ ਇਉਂ ਧਨ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਇੱਥੇ ਕੇਸ ਧਰੇ ਤੇ ਬੜੇ ਜਲਦੀ ਆਪਣੇ ਰੌਲਾ ਸਾਰੇ। ਕੇਸ ਧਰੇ ਦਾ ਮਤਲਬ ਇੱਥੇ ਆ ਕਿ ਜੇ ਕੋਈ ਲੰਮੀਆਂ ਜਟਾਂ ਕਰ ਲਵੇ ਆਪਣੀਆਂ, ਹੁਣ ਗੱਲ ਆ ਜਾਂਦੀ ਕੇਸਾਂ ਤੇ। ਕਈ ਲੋਕ ਕਹਿੰਦੇ ਦੇਖੋ ਜੀ ਰੱਬ ਮਹਾਰਾਜ ਨੇ ਲਿਖਿਆ ਕੇਸ ਰੱਖਣ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ।
ਇਹ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਸਾਡੇ ਇਤਿਹਾਸ ਦੀ ਵਾਕਫੀ ਨਹੀਂ, ਜਿਨ੍ਹਾਂ ਨੇ ਰਹਿਤਨਾਮਾ ਨਹੀਂ ਪੜ੍ਹਿਆ, ਜਿਨ੍ਹਾਂ ਨੇ ਬਾਣੀ ਨਹੀਂ ਕਦੇ ਪੜ੍ਹੀ, ਇੱਕ ਗੱਲ ਲੈ ਕੇ ਉਹ ਟਪਾਈ ਫਿਰਦੇ ਰਹਿੰਦੇ ਉਹਨੂੰ ਗੱਲ ਨੂੰ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਧਰੇ ਕੇਸ ਪਾਹਲ ਬਿਨ ਭੇਖੀ ਮੂਰਖ ਸਿੱਖ। ਸਤਿਗੁਰੂ ਕਹਿੰਦੇ ਜਿਹੜਾ ਅੰਮ੍ਰਿਤ ਛਕੇ ਤੋਂ ਬਿਨਾਂ ਕੇਸ ਰੱਖੀ ਫਿਰਦੇ ਹੋ, ਕਿਆ ਤੁਸੀਂ ਸਮਝਦੇ ਹੋ ਤਰ ਜਾਾਂਗੇ ਅਸੀਂ? ਮਹਾਰਾਜ ਕਹਿੰਦੇ ਬਿਲਕੁਲ ਨਹੀਂ ਤਰਦੇ। ਜਿਹੜੇ ਅੰਮ੍ਰਿਤ ਛਕੇ ਤੋਂ ਬਿਨਾਂ ਐਡੀਆਂ ਨੇ ਜਟਾਂ ਬਣਾਈਆਂ ਹੋਈਆਂ, ਜਿਨ੍ਹਾਂ ਨੇ ਬੋਹੜ ਦਾ ਦੁੱਧ ਲਾ ਲਾ ਕੇ ਲੰਮੀਆਂ ਲੰਮੀਆਂ ਜਟਾਂ, ਸਤਿਗੁਰੂ ਕਹਿੰਦੇ ਇਉਂ ਕੇਸ ਰੱਖਣ ਨਾਲ, ਕੱਲੇ ਕੇਸ ਰੱਖਣ ਨਾਲ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਕੋਈ ਸੇਵਾ ਨਹੀਂ, ਕੋਈ ਦਾਨ ਪੁੰਨ ਨਹੀਂ, ਕੋਈ ਗੁਰੂ ਨਹੀਂ ਧਾਰਨ ਕੀਤਾ, ਬੱਲੇ ਕੱਲੇ ਕੇਸ ਰੱਖਣ ਨਾਲ ਹੀ ਬੰਦਾ ਤਰ ਜਾਂਦਾ। ਮਹਾਰਾਜ ਦੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਆਮ ਲੋਕ ਇਹਨੂੰ ਹੋਰ ਹੀ ਪਾਸੇ। ਸੋ ਕਬੀਰ ਜੀ ਵੀ ਐ ਤਾਂ ਕਹਿੰਦੇ, ਕਬੀਰ ਹਾਰਡ ਜਲੇ ਜੈਸੇ ਲੱਕੜੀ। ਕਬੀਰ ਜੀ ਕਹਿੰਦੇ ਹੱਡੀਆਂ ਲੱਕੜੀ ਵਾਂਗੂ ਜਲ ਜਾਂਦੀਆਂ ਨੇ, ਕੇਸ ਘਾਹ ਦੇ ਪੂਲੇ ਵਾਂਗੂ ਜਲ ਜਾਂਦੇ ਨੇ। ਕਿਹਨਾਂ ਦੇ? ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਉਹ ਕਈ ਇਹਦੇ ਅੰਤਰੀ ਭਾਵ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਮਝਣ ਨੂੰ ਦੇਰ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲੰਮੀਆਂ ਜਟਾਂ ਬਣਾ ਬਣਾ ਕੇ ਕੋਈ ਨਹੀਂ ਮਿਲਿਆ ਰੱਬ ਨੂੰ। ਆਸਨ ਕੋਟ ਕਰੇ ਅਸ਼ਟਾਂਗ, ਕਈਆਂ ਨੇ ਆਸਣ ਕੋਟ ਕਰੇ, 84 ਆਸਣ ਮੁੱਖ ਨੇ ਸਿੱਧਾਂ ਵਾਲੇ, ਜੱਗ ਦੀਆਂ ਰੀਤੀਆਂ ਕੀਤੀਆਂ, ਜੱਗ ਵਿੱਚ ਆਸਣ ਲਾ ਕੇ ਬੈਠੇ, ਅਸ਼ਟਾਂਗ ਕੀਤਾ, ਯੋਗ ਦੇ 8 ਅੰਗਾਂ ਨੂੰ ਕਮਾਇਆ। ਯਮ ਨੇਮ ਆਦਿਕ ਯੋਗ ਦੇ 8 ਅੰਗ ਨੇ। ਅਸ਼ਟਾਂਗ ਧਰੇ ਬਹੁਤ ਨਿਆਸ, ਬਹੁਤ ਨਿਆਸ ਕੀਤੇ ਉਹਨਾਂ ਨੇ। ਇਹ ਹੁੰਦਾ ਇੱਕ ਮੰਤਰ ਪੜ੍ਹ ਕੇ ਆਪਣੇ ਹੱਥਾਂ ਤੇ ਨਿਆਸ ਉਹਨੂੰ ਕਹਿੰਦੇ ਨੇ। ਸੋ ਫਿਰ ਆਪਣੇ ਮੂੰਹ ਤੇ ਫੇਰਨਾ ਹੱਥ, ਫਿਰ ਹੱਥ ਤਾਂ ਨੂੰ ਕਰਕੇ ਇਸ ਤਰ੍ਹਾਂ ਮੰਤਰ ਪੜ੍ਹਨਾ, ਫਿਰ ਆਪਣੀਆਂ ਬਾਹਾਂ ਤੇ ਫੇਰਨਾ, ਲੱਤਾਂ ਤੇ ਫੇਰਨਾ, ਪੇਟ ਤੇ ਫੇਰਨਾ। ਉਹ ਅੱਡ ਅੱਡ ਤਰ੍ਹਾਂ ਦਾ ਮੰਤਰ ਹੁੰਦਾ, ਉਹ ਅੰਗਾਂ ਦੀ ਰੱਖਿਆ ਲਈ ਪੜ੍ਹਦੇ ਨੇ। ਧਰੇ ਬਹੁ ਨਿਆਸ ਕਰੇ ਮੁਖ ਕਾਰੇ, ਇੱਕ ਦੀਵਾਨੇ ਸਾਧੂ ਨੇ, ਕਰੇ ਮੁਖ ਕਾਰੇ, ਉਹ ਆਪਣਾ ਮੂੰਹ ਕਾਲਾ ਹੀ ਕਰਕੇ ਰੱਖਦੇ ਨੇ ਹਰ ਵਕਤ। ਉਹ ਦੀਵਾਨੇ ਸਾਧੂ ਨੇ। ਉਹ ਕਹਿੰਦੇ ਇਉਂ ਰੱਬ ਮਿਲਦਾ। ਕੋਈ ਕਹਿੰਦੇ ਬਹੁਤੇ ਨਿਆਸ ਕਰਨ ਨਾਲ ਮਿਲਦਾ, ਕੋਈ ਕਹਿੰਦੇ ਅਸ਼ਟਾਂਗ ਕਰਨ ਨਾਲ ਮਿਲਦਾ, ਕੋਈ ਕਹਿੰਦੇ ਆਸਣ ਲਾਉਣ ਨਾਲ ਰੱਬ ਮਿਲਦਾ। ਪਰ ਸਤਿਗੁਰੂ ਇੱਕੋ ਹੀ ਫੈਸਲਾ ਸੁਣਾ ਦਿੰਦੇ ਨੇ, ਦੀਨ ਦਿਆਲ ਅਕਾਲ ਭਜੇ ਬਿਨ। ਮਹਾਰਾਜ ਕਹਿੰਦੇ ਦੀਨ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਦਇਆਲੂ ਪਰਮੇਸ਼ਰ, ਉਹ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ। ਕਹਿੰਦੇ ਜਿੰਨੇ ਮਰਜੀ ਉੱਪਰ ਜਿੰਨੇ ਯਤਨ ਦੱਸੇ ਨੇ ਸਾਰੇ ਸਵਈਆਂ ਚ, ਇੰਨੇ ਯਤਨ ਕੋਈ ਕਰ ਲੇ, ਪਰ ਅੰਤ ਨੂੰ ਅਖੀਰ ਧਰਮ ਰਾਜੇ ਦੇ ਕੋਲ ਹੀ ਜਾਣਾ ਪੈਣਾ। ਨਾਮ ਜਪੇ ਤੋਂ ਬਿਨਾ ਸਭ ਨੂੰ ਧਰਮ ਰਾਜੇ ਕੋਲ ਹੀ ਜਾਣਾ ਪੈਣਾ। ਜੇ ਡਾਇਰੈਕਟ ਸੱਚਖੰਡ ਨੂੰ ਹੀ ਜਾਣਾ, ਵੀ ਧਰਮ ਰਾਜੇ ਕੋਲ ਨਾ ਜਾਈਏ ਤਾਂ ਕਹਿੰਦੇ ਨਾਮ ਜਪੋ, ਨਹੀਂ ਤਾਂ ਇੰਨੇ ਯਤਨ ਦੱਸ ਦਿੱਤੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਆਪਾਂ ਕਰ ਸਕਦੇ। ਉਹਨਾਂ ਸਾਰੇ ਯਤਨਾਂ ਨੂੰ ਮਹਾਰਾਜ ਨੇ ਕਹਿ ਦਿੱਤਾ ਕਿ ਇਹਨਾਂ ਯਤਨਾਂ ਕਰਕੇ ਅਖੀਰ ਧਰਮ ਰਾਜੇ ਦੇ ਪੱਲੇ ਪੈਣਾ ਤੁਹਾਨੂੰ। ਇਸ ਕਰਕੇ ਸਿੱਖ ਸੰਗਤੋ, ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। काम न क्रोध न लोभ न मोह न रोग न सोग न भोग न भय। वाहिगुरु 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 वाहिगुरु। देह बहीन स्नेह सब तन नेह बिरक्त अगेह अछह। वाहिगुरु वाहिगुरु वाहिगुरु। जान को देत अजान को देत जमीन को देत जमान को दह। काहे को डोलत है तुमरी शुद्ध सुंदर श्री पद्मा पत लह। वाहिगुरु 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 वाहिगुरु। रोगन ते अर सोगन ते जल जोगन ते बहु भांत बचावै। वाहिगुरु सत्र अनेक चलावत कावत औ तन एक न लागन पावै। राखत है अपनो कर दै कर पाप समूह न भेटन पावै। और की बात कहाँ कह तो सौ सुपेट ही के पट बीच बचावै। जछ भुजंग सो दानव देव अपेब तुम्हें सब ही कर ध्यावै। ऊम आकाश पताल रसातल जछ भुजंग सब सिर न्यावै। वाहिगुरु वाहिगुरु वाहिगुरु। पाए सकै नहीं पार प्रबाहु को नेत ही नेत है वेद बतावै। खोज थके सब ही खुजी असुर हार परे हर हाथ न आवै। वाहिगुरु वाहिगुरु वाहिगुरु। नारद से चतुरानन से रुम नारिक से सब हूँ मिल गायो। वेद कतेब न भेद लख्यो सब हार परे हर हाथ न आयो। पाए सकै नहीं पार उमापत सिद्ध सनाथ सनंतन ध्यायो। ध्यान तरो तेह को मन में जे को अमित तोज सवै जग छायो। वाहिगुरु 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 वाहिगुरु। वेद पुराण कतेब कुरान अपेद निरपान सब है पच हारे। भेद न पाए सके अनभेद को खेदत है अनछेद पुकारे। राग न रूप न रेख न रंग न साक न सोग न संग तिहारे। आदि अनाद अगाध अपेख अदवैख जप्यो तिन ही कुल तारे। तीर्थ कोट किए स्नान दिए बहु दान महाव्रत तारे। देश फिर्यो कर पेश तपो तान केस तरे न मिले हर प्यारे।
आसन कोट करे अष्टांग धरे बहु न्यास करे मुख कारे। दीन दयाल अकाल भजे बिन अंत कुवंत के धाम सिधारे। दीन दयाल अकाल भजे बिन अंत कुवंत के धाम सिधारे। अहे गुरु